सो एक बड़ी फौज साउल के मोहरे खड़ी आ ते सो जादूगरनी को चला गया और जादूगरनी ने कहा तेन पता नहीं राजे ने काम करना बंद किया है। कहता तू डर ना फिकर ना, तू उसनू बुला और मैं ये काम तेरे नाल नहीं होएगा। सो जिसलिए उसने जो भी उसने किया ते जिहड़ा साउल सीगा जिहड़ा सीगा सैमुअल सीगा उसनू सैमुअल दिखाई दिता। सैमुअल नूं तां सारे जानदे सीगे, सैमुअल आखिरी जज भी सीगा ते पहला प्रॉफिट भी सीगा। ਉਹਦੇ ਕੋਲ 2 ऑफिस ਸੀਗੇ। उसने जिसले देखा वो कहती तू तो मैनू धोखा दिता, तू तो मैनू मरवाउण दे लई आया। उन्हें कहा तेनू कुछ नहीं होएगा। सो एक इत्थे बड़ी प्यारी चीज आ और एक इत्थे बड़ी खतरनाक चीज आ। खतरनाक चीज ये आ कि सानू जिस वेले ये कहा गया कि सानू आकाशी भैड़ियां शक्तियां दे कोल हमेशा खबरदार रहने दे लई कहा गया, सावधान रहने दे लई कहा गया, तो इसका मतलब ये कि सानू सावधान रहना चाहिए। क्योंकि देखो कि इस जादूगरनी ने इजराइल के प्रॉफिट नूं वापस बुला लिया ना, उहदे तो कोई काम लै सकदी कि नहीं लै सकदी वो वखरी गल, लेकिन उसनू ਉਹਦੇ आराम ਦੇ ਵਿੱਚੋਂ ਉਹਦੇ आराम ਦੇ ਵਿੱਚੋਂ वापस ले आई है। ये चीज देखने वाली है। और सब तो इत्थे प्यारी चीज जिहड़ी देखण वाली होनी है कि सैमुअल ने जिसले ਉਹਦੇ ਨਾਲ गलबात करनी है ते सानू पता लगना कि असीं साडे घर जा रहे हैं, असीं घर जा रहे हैं, प्रभु की शांति दे विच जा रहे हैं। हुण इस आओ इसनू असीं 11 आयत तो लैके दोबारा पढ़ांगे, 11 तो लैके 19 तक। हाँ जी, मैं पढ़ दूंगी। गो अहेड मेरे भाई। औरत ने पूछा, मैं किसनू तेरे ਲਈ ਸੱਦਾਂ? ਸਾਊਲ ਨੇ ਉੱਤਰ ਦਿੱਤਾ, ਸੈਮੂਅਲ। ਜਦੋਂ ਉਸ ਔਰਤ ਨੇ ਸੈਮੂਅਲ ਨੂੰ ਆਉਂਦੇ ਦੇਖਿਆ ਤਾਂ ਉਹ ਭੈਭੀਤ ਹੋ ਕੇ ਬੋਲੀ, ਤੁਸੀਂ ਮੈਨੂੰ ਧੋਖਾ ਕਿਉਂ ਦਿੱਤਾ? ਤੁਸੀਂ ਤਾਂ ਰਾਜਾ ਸਾਊਲ ਹੋ। ਰਾਜਾ ਨੇ ਕਿਹਾ, ਤੂੰ ਡਰ ਨਾ, ਸਗੋਂ ਦੱਸ ਕਿ ਤੈਨੂੰ ਕੀ ਦਿਖਾਈ ਦੇ ਰਿਹਾ ਹੈ। ਔਰਤ ਨੇ ਉੱਤਰ ਦਿੱਤਾ, ਮੈਂ ਇੱਕ ਆਤਮਾ ਨੂੰ ਹੇਠ ਉਤਰਦਾ ਦੇਖ ਰਹੀ ਹਾਂ। ਸਾਊਲ ਨੇ ਪੁੱਛਿਆ, ਉਹ ਕਿਸ ਤਰ੍ਹਾਂ ਲੱਗ ਰਹੀ ਹੈ? ਔਰਤ ਨੇ ਉੱਤਰ ਦਿੱਤਾ, ਇੱਕ ਬਜ਼ੁਰਗ ਦੀ ਤਰ੍ਹਾਂ ਹੈ ਜਿਸਨੇ ਚੋਗਾ ਪਹਿਨਿਆ ਹੋਇਆ ਹੈ। ਤਦ ਸਾਊਲ ਜਾਣ ਗਿਆ ਕਿ ਇਹ ਸੈਮੂਅਲ ਹੀ ਹੈ, ਇਸ ਲਈ ਉਸਨੇ ਧਰਤੀ ਤੇ ਮੂੰਹ ਭਾਰ ਹੋ ਕੇ ਪ੍ਰਣਾਮ ਕੀਤਾ। ਸੈਮੂਅਲ ਨੇ ਸਾਊਲ ਤੋਂ ਪੁੱਛਿਆ, ਤੂੰ ਮੈਨੂੰ ਕਿਉਂ ਦੁੱਖ ਦਿੱਤਾ ਹੈ? ਤੂੰ ਮੈਨੂੰ ਕਿਉਂ ਵਾਪਸ ਬੁਲਾਇਆ ਹੈ? ਸਾਊਲ ਨੇ ਉੱਤਰ ਦਿੱਤਾ, ਮੈਂ ਬਿਪਤਾ ਵਿੱਚ ਹਾਂ। ਫਿਲਿਸਤੀਆਂ ਨੇ ਮੇਰੇ ਉੱਤੇ ਚੜ੍ਹਾਈ ਕੀਤੀ ਅਤੇ ਪਰਮੇਸ਼ਵਰ ਨੇ ਮੈਨੂੰ ਛੱਡ ਦਿੱਤਾ ਹੈ। ਉਹ ਮੈਨੂੰ ਕਿਸੇ ਵੀ ਤਰ੍ਹਾਂ ਉੱਤਰ ਨਹੀਂ ਦੇ ਰਿਹਾ, ਨਾ ਕਿਸੇ ਨਬੀ ਦੁਆਰਾ ਅਤੇ ਨਾ ਹੀ ਸੁਪਨੇ ਰਾਹੀਂ। ਮੈਂ ਤੈਨੂੰ ਸੱਦਿਆ ਹੈ ਕਿ ਤੂੰ ਮੈਨੂੰ ਦੱਸੇ ਕਿ ਮੈਂ ਕੀ ਕਰਾਂ। ਸੈਮੂਅਲ ਨੇ ਕਿਹਾ, ਜੇਕਰ ਪ੍ਰਭੂ ਨੇ ਤੈਨੂੰ ਛੱਡ ਦਿੱਤਾ ਹੈ ਅਤੇ ਉਹ ਤੇਰਾ ਵਿਰੋਧੀ ਬਣ ਗਿਆ ਹੈ ਤਾਂ ਤੂੰ ਮੈਨੂੰ ਕਿਉਂ ਸੱਦਿਆ ਹੈ? ਪ੍ਰਭੂ ਨੇ ਠੀਕ ਮੇਰੇ ਪਹਿਲਾਂ ਤੈਨੂੰ ਦੱਸੇ ਅਨੁਸਾਰ ਕੀਤਾ ਹੈ। ਉਸਨੇ ਤੇਰੇ ਤੋਂ ਰਾਜ ਲੈ ਕੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ ਹੈ। ਤੂੰ ਪ੍ਰਭੂ ਦੀ ਆਗਿਆ ਨਾ ਮੰਨਦੇ ਹੋਏ ਅਮਾਲੇਕੀ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਨਾਸ਼ ਕੀਤਾ ਸੀ, ਇਸ ਲਈ ਉਹ ਅੱਜ ਇਹ ਸਭ ਕੁਝ ਤੇਰੇ ਨਾਲ ਕਰ ਰਿਹਾ ਹੈ। ਪ੍ਰਭੂ ਹੁਣ ਤੈਨੂੰ ਅਤੇ ਇਜ਼ਰਾਇਲ ਨੂੰ ਫਿਲਿਸਤੀਆਂ ਦੇ ਹੱਥੀਂ ਸੌਂਪ ਦੇਵੇਗਾ ਅਤੇ ਕੱਲ ਇਸ ਵੇਲੇ ਤੱਕ ਤੂੰ ਅਤੇ ਤੇਰਾ ਪੁੱਤਰ ਮੇਰੇ ਨਾਲ ਆ ਮਿਲਣਗੇ। ਮਿਲ ਗਿਆ ਜਵਾਬ। ਕਿਉਂਕਿ ਹੁਣ ਜੋ ਸੈਮੂਅਲ ਨੇ ਦੱਸਿਆ ਹੈਗਾ ਕਿ ਅਗਲੇ ਦਿਨ ਜੰਗ ਆ ਰਹੀ ਹੈ, ਅਗਲੇ ਦਿਨ ਜੰਗ ਆ ਰਹੀ ਹੈ। ਹੁਣ ਆਹ ਕੌਨਫੀਡੈਂਸ ਲੈ ਕੇ ਇਹਨੇ ਆਰਮੀ ਨੂੰ ਲੈ ਕੇ ਜਾਣਾ, ਆਪਣੀ ਫੌਜ ਨੂੰ ਲੈ ਕੇ ਐਸ ਕੌਨਫੀਡੈਂਸ ਨਾਲ ਜਾਣਾ ਹੈ। ਔਰ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਨਾਲ ਦੇਖੀਏ ਤਾਂ ਇਹ ਜੋ ਪ੍ਰਭੂ ਸਾਨੂੰ ਕਹਿੰਦਾ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੋ, ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਭਲਾ ਆ। ਸੋ ਸਾਊਲ ਨੂੰ ਉਸਨੇ ਕਿਹਾ ਕਿੱਦਾਂ ਦਾ ਦਿਸਦਾ? ਉਹਨੂੰ ਦੱਸਿਆ ਕਿ ਬਜ਼ੁਰਗ ਆ और उसने एक चोगा पहनिया है। साउल जान गया, कहता वो ही।
ਸੋ ਜਿਸਲੇ ਉਹ ਆਇਆ ਕਹਿੰਦਾ ਹੁਣ ਮੈਨੂੰ ਇਹ ਦੱਸ ਕਿ ਨਾ ਤਾਂ ਮੈਨੂੰ ਪ੍ਰਭੂ, ਉਸਨੇ ਇਹ ਕਿਹਾ ਇੱਥੇ ਇਹ ਦੱਸਿਆ ਕਿ ਤੂੰ ਮੈਨੂੰ ਕਿਉਂ ਦੁੱਖ ਦਿੱਤਾ ਹੈ। ਅਸਲ ਦੇ ਵਿੱਚ ਜਿਹੜਾ ਅਗਰ ਪੜ੍ਹੀਏ ਤਾਂ ਉੱਥੇ ਹੈ ਤੂੰ ਮੇਰੀ ਸ਼ਾਂਤੀ ਨੂੰ ਕਿਉਂ ਭੰਗ ਕੀਤਾ ਹੈ, ਤੂੰ ਮੇਰੀ ਸ਼ਾਂਤੀ ਨੂੰ ਕਿਉਂ ਭੰਗ ਕੀਤਾ ਹੈ। ਉਸਨੇ ਕਿਹਾ ਨਾ ਮੈਨੂੰ ਕੋਈ ਨਵੀਂ ਜਵਾਬ ਦਿੰਦਾ, ਨਾ ਕੋਈ ਮੈਨੂੰ ਨਾ ਕੋਈ ਚਿੰਨ੍ਹ ਆਉਂਦਾ, ਨਾ ਸੁਪਨਾ ਆਉਂਦਾ, ਮੈਨੂੰ ਕੁਛ ਨਹੀਂ ਆ ਰਿਹਾ। ਔਰ ਉਸਨੇ ਇੱਕ ਚੀਜ਼ ਇੱਥੇ ਬੜੀ ਪਿਆਰੀ ਕਹੀ ਹੈ, ਸੈਮੂਅਲ ਨੇ ਕਿਹਾ ਜੇਕਰ ਪ੍ਰਭੂ ਨੇ ਤੈਨੂੰ ਛੱਡ ਦਿੱਤਾ ਹੈ ਤਾਂ ਉਹ ਤੇਰਾ ਵਿਰੋਧੀ ਬਣ ਗਿਆ ਹੈ, ਤਾਂ ਤੂੰ ਮੈਨੂੰ ਕਿਉਂ ਸੱਦਿਆ ਹੈ। ਕਹਿੰਦਾ ਮਤਲਬ ਕੋਈ ਫਾਇਦਾ ਨਹੀਂ, ਜੇ ਉਹ ਤੇਰਾ ਵਿਰੋਧੀ ਬਣ ਗਿਆ ਹੈ ਤਾਂ ਤੂੰ ਮੈਨੂੰ ਕਿਉਂ ਸੱਦਿਆ ਹੈ। ਪ੍ਰਭੂ ਨੇ ਠੀਕ ਮੇਰੇ ਪਹਿਲਾਂ ਤੈਨੂੰ ਦੱਸੇ ਅਨੁਸਾਰ ਕੀਤਾ ਹੈ। ਉਹ ਤੇਰੇ ਤੋਂ ਰਾਜ ਲੈ ਕੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ ਹੈ। ਕਿਉਂ? ਕਿਉਂਕਿ ਤੂੰ ਜਿਹੜੀ ਆਗਿਆ ਸੀ ਪ੍ਰਭੂ ਦੀ ਨਹੀਂ ਮੰਨੀ। ਤੂੰ ਅਮਾਲੇਕਿਆਂ ਨੂੰ ਉਸਨੇ ਕਿਹਾ ਸੀ ਨਾਸ਼ ਕਰ ਦੇ, ਤੂੰ ਨਹੀਂ ਕੀਤਾ। ਔਰ ਹੁਣ ਪ੍ਰਭੂ ਦੇ ਲੋਕਾਂ ਨੂੰ ਜੋ ਉਸਨੇ ਗਲਤੀ ਕੀਤੀ ਸੀ, ਉਹ ਗਲਤੀ ਪ੍ਰਭੂ ਦੇ ਲੋਕਾਂ ਨੂੰ ਬਾਰ-ਬਾਰ ਚੱਲਣੀ ਪੈਣੀ, ਕਿਉਂਕਿ ਅਮਾਲੇਕੀਆਂ ਨੇ ਇਹਨਾਂ ਨੂੰ ਛੱਡਣਾ ਨਹੀਂ। ਜਿਸ ਵੇਲੇ ਅਸੀਂ ਬੇਸਿਕਲੀ ਜਿਸਲੇ ਇਹ ਦੁਬਾਰਾ ਇਹਨਾਂ ਨੂੰ ਫੜ ਕੇ ਲੈ ਜਾਇਆ ਗਿਆ ਸੀ ਬਾਬਲ ਦੇ ਵਿੱਚ, ਉੱਥੇ ਤੱਕ ਅਸੀਂ ਅਮਾਲੇਕੀਆਂ ਦਾ ਪੜ੍ਹਦੇ ਹਾਂ। ਉਹਨੇ ਸਮੇਂ ਤੱਕ ਅਮਲੇਕੀ ਲੋਕ ਇਹਨਾਂ ਨੂੰ ਦੁੱਖ ਦਿੰਦੇ ਰਹੇ। ਸੋ ਜਿਸ ਵੇਲੇ ਅਸੀਂ ਇਹ ਦੇਖਦੇ ਹਾਂ ਕਿ ਪ੍ਰਭੂ ਨੇ ਉਸਨੂੰ ਇਹ ਦੱਸ ਦਿੱਤਾ ਕਿ ਤੂੰ ਤੇ ਤੇਰਾ ਪੁੱਤਰ ਕੱਲ ਨੂੰ ਤੁਹਾਡੀ ਦੋਨਾਂ ਦੀ ਜਿਹੜੀ ਜਾਨ ਆ ਉਹ ਜਾਂਦੀ ਰਹੇਗੀ। ਪਰ ਪ੍ਰਭੂ ਨੇ ਫਿਰ ਵੀ ਸਾਊਲ ਤੇ ਕਿਰਪਾ ਕੀਤੀ। ਉਹਦੀ ਸਜ਼ਾ ਜਿਹੜੀ ਬਣਦੀ ਸੀ ਪ੍ਰਭੂ ਨੇ ਧਰਤੀ ਤੇ ਉਹਨੂੰ ਦੇ ਦਿੱਤੀ। ਕਿਉਂ? ਕਿਉਂਕਿ ਉਸਨੇ ਕਿਹਾ ਕਿ ਤੂੰ ਕੱਲ ਨੂੰ ਮੇਰੇ ਨਾਲ, ਦੋਨੋਂ ਜਾਣੇ ਮੇਰੇ ਨਾਲ ਕਰ ਹੋਣਗੇ। ਇਹ ਹੈ ਪ੍ਰਭੂ ਦੀ ਦਇਆ, ਇਹ ਹੈ ਪ੍ਰਭੂ ਦਾ ਰਹਿਮ ਕਿ ਜੋਨਾਥਨ ਤੇ ਸਾਊਲ ਨਰਕ ਦੇ ਵਿੱਚ ਬੈਠੇ ਆ, ਘਰ ਬੈਠੇ ਪਛਤਾਵਾ ਮਨ ਕਿ ਕੀ ਕੀਤਾ। ਲੇਕਿਨ ਪ੍ਰਭੂ ਆਪਣੀ ਅਭਿਸ਼ੇਕਤ ਨੂੰ ਕਦੀ ਛੱਡਦਾ, ਏਦਾਂ ਨਹੀਂ ਛੱਡਦਾ। ਸਾਡੀ ਸਜ਼ਾ ਜਿਹੜੀ ਸਾਨੂੰ ਮਿਲਣੀ ਧਰਤੀ ਤੇ ਮਿਲ ਜਾਣੀ, ਔਰ ਇਹ ਦੋਨਾਂ ਨੂੰ ਜਿਹੜੀ ਸਜ਼ਾ ਇਹਨਾਂ ਦੀ ਮਿਲਣੀ, ਆਖਰੀ ਸਜ਼ਾ ਜਿਹੜੀ ਮਿਲਣੀ ਆ ਧਰਤੀ ਤੇ। ਜਿਸ ਵੇਲੇ ਅਸੀਂ ਉਸ ਹਿੱਸੇ ਤੱਕ ਪਹੁੰਚਾਂਗੇ ਤਾਂ ਮੈਂ ਵਚਨ ਦੇ ਵਿੱਚ 2-3 ਚੀਜ਼ਾਂ ਦਿਖਾਊਂਗਾ, ਆਪਾਂ ਦੇਖਾਂਗੇ, ਰਲ ਕੇ ਦੇਖਾਂਗੇ, ਬੜੀਆਂ ਬਰਕਤ ਵਾਲੀਆਂ ਚੀਜ਼ਾਂ। ਔਰ ਹੁਣ ਕੋਈ ਜਾਣਾ 20 ਤੋਂ ਲੈ ਕੇ ਇਸ ਨੂੰ 25 ਤੱਕ ਪੜ੍ਹਦਾ। ਮੈਂ ਪੜ੍ਹ ਦਿੰਦੀ ਪਾਸਟਰ। ਸਾਊਲ ਸੈਮੂਅਲ ਦੇ ਇਹ ਸ਼ਬਦ ਸੁਣਦੇ ਸਾਰ ਹੀ ਧਰਤੀ ਉੱਤੇ ਪੈ ਨਾਲ ਮੂੰਹ ਭਾਰ ਡਿੱਗ ਪਿਆ। ਉਹ ਬਹੁਤ ਕਮਜ਼ੋਰ ਹੋ ਚੁੱਕਾ ਸੀ, ਕਿਉਂਕਿ ਉਸਨੇ ਸਾਰਾ ਦਿਨ ਤੇ ਰਾਤ ਰੋਟੀ ਦੀ ਇੱਕ ਬੁਰਕੀ ਤੱਕ ਮੂੰਹ ਵਿੱਚ ਨਹੀਂ ਪਾਈ ਸੀ। ਤਦ ਉਹ ਔਰਤ ਸਾਊਲ ਕੋਲ ਗਈ ਅਤੇ ਬੋਲੀ, ਸ਼੍ਰੀਮਾਨ ਜੀ, ਮੈਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਜੋ ਕੁਝ ਤੁਸੀਂ ਕਿਹਾ ਸੀ ਕੀਤਾ ਹੈ, ਇਸ ਲਈ ਹੁਣ ਤੁਸੀਂ ਮੇਰੇ ਕਹੇ ਅਨੁਸਾਰ ਕਰੋ। ਮੈਂ ਥੋੜਾ ਜਿਹਾ ਭੋਜਨ ਤਿਆਰ ਕਰਦੀ ਹਾਂ, ਜੋ ਤੁਸੀਂ ਖਾਓ ਤਾਂ ਜੋ ਤੁਸੀਂ ਆਪਣੇ ਸਫ਼ਰ ਲਈ ਸਰੀਰਕ ਤਾਕਤ ਪ੍ਰਾਪਤ ਕਰੋ। ਸਾਊਲ ਨੇ ਉਸ ਔਰਤ ਦਾ ਕਿਹਾ ਮੰਨਣ ਤੋਂ ਇਨਕਾਰ ਕੀਤਾ, ਪਰ ਉਸਦੇ ਆਦਮੀਆਂ ਨੇ ਉਸ ਔਰਤ ਦੇ ਨਾਲ ਮਿਲ ਕੇ ਸਾਊਲ ਨੂੰ ਕੁਝ ਖਾਣ ਲਈ ਜ਼ੋਰ ਲਾਇਆ, ਸੋ ਉਹ ਮੰਨ ਗਿਆ ਅਤੇ ਉੱਠ ਕੇ ਬਿਸਤਰੇ ਤੇ ਬੈਠ ਗਿਆ। ਔਰਤ ਦੇ ਘਰ ਉਸ ਸਮੇਂ ਇੱਕ ਪਲਿਆ ਹੋਇਆ ਬੱਚਾ ਸੀ ਜੋ ਉਸਨੇ ਕੱਟ ਕੇ ਪਕਾਇਆ। ਉਸਨੇ ਕੁਝ ਆਟਾ ਗੁੰਨ ਕੇ ਬਿਨਾਂ ਖਮੀਰ ਪਾਇਆ ਰੋਟੀਆਂ ਵੀ ਤਿਆਰ ਕੀਤੀਆਂ, ਜੋ ਸਾਊਲ ਅਤੇ ਉਸਦੇ ਆਦਮੀਆਂ ਨੇ ਖਾਧੀਆਂ। ਫਿਰ ਉਹ ਉੱਥੋਂ ਚਲੇ ਗਏ। ਹੁਣ ਜ਼ਮੀਨ ਤੇ ਮੂੰਹ ਪਰ ਡਿੱਗਾ ਹੈ, ਪਰ ਉਸਨੂੰ ਪਤਾ ਹੈ ਇਸ ਚੀਜ਼ ਦਾ ਕਿ ਐਂਡ ਇਜ਼ ਨੀਅਰ। ਤਾਂ ਫਿਰ ਵੀ ਉਸ ਔਰਤ ਨੇ ਕਿਹਾ ਕਿ ਤੂੰ ਮੇਰੇ ਘਰ ਆਇਆ ਹੈ, ਗੈਸਟ। ਉਸਨੇ ਕਿਹਾ ਕਿ ਇਹਨੂੰ ਕੁਝ ਖੜਾਓ।
ਸੋ ਸਾਰੇ ਆਦਮੀਆਂ ਨੇ ਜ਼ੋਰ ਪਾਇਆ, ਉਸਨੇ ਬੱਚਾ ਕੱਟਿਆ, ਉਹਨੂੰ ਖਿਲਾਇਆ, ਰੋਟੀਆਂ ਬਣਾ ਕੇ ਖਿਲਾਈਆਂ, ਸਾਰਿਆਂ ਨੂੰ ਰੋਟੀ ਖਿਲਾਈ ਤੇ ਫਿਰ ਸੌਲ ਨੂੰ ਉੱਠਣ ਤੋਰਿਆ। ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਬੜੀ ਪਿਆਰੀ ਚੀਜ਼ ਆ, ਕਿਉਂਕਿ ਇਹ ਜਿਹੜੇ ਰਸਤੇ ਆ ਇਹਨਾਂ ਦੇ ਉੱਤੇ ਸਾਨੂੰ ਜਾਣ ਦੇ ਲਈ ਪ੍ਰਭੂ ਮਨਾ ਕਰਦਾ। ਔਰ ਉਹਦੇ ਵਿੱਚ ਮੈਂ ਤੁਹਾਨੂੰ ਯਸਾਇਆ ਨਬੀ ਦੇ ਵਿੱਚੋਂ ਦੇਖਦੇ ਹਾਂ ਆਪਾਂ ਇੱਕ ਹਿੱਸਾ, ਔਰ 47ਵਾਂ ਭਾਵ ਜਿੱਥੇ ਤੱਕ ਮੇਰਾ ਖਿਆਲ ਆ, ਸੰਤਾਲੀਵਾਂ ਭਾਵ ਪੇਜ 1097 ਜੀ। 1098 ਚ ਆ ਜਾਓ, 11 ਆਇਤ ਤੋਂ ਲੈ ਕੇ 15 ਆਇਤ ਤੱਕ ਪੜ੍ਹ ਦਿਓ। ਹਾਂਜੀ। ਪਰ ਤੇਰੇ ਉੱਤੇ ਬਿਪਤਾ ਆ ਪਵੇਗੀ ਜਿਸ ਤੋਂ ਤੈਨੂੰ ਕੋਈ ਬਚਾ ਨਹੀਂ ਸਕੇਗਾ। ਤਬਾਹੀ ਅਚਾਨਕ ਤੈਨੂੰ ਆਣ ਘੇਰੇਗੀ, ਤੂੰ ਇਸ ਤਰ੍ਹਾਂ ਨਾਸ਼ ਹੋਵੇਗੀ ਜਿਸ ਦਾ ਤੂੰ ਸੁਪਨਾ ਵੀ ਨਹੀਂ ਦੇਖਿਆ ਸੀ। ਤੂੰ ਆਪਣੇ ਜਾਦੂ ਟੂਣੇ ਸੰਭਾਲ ਕੇ ਰੱਖ, ਜਿਨ੍ਹਾਂ ਦੀ ਵਰਤੋਂ ਤੂੰ ਆਪਣੀ ਜਵਾਨੀ ਤੋਂ ਕਰਦੀ ਆ ਰਹੀ ਹੈ। ਹੋ ਸਕਦਾ ਹੈ ਕਿ ਉਹ ਤੇਰੀ ਕੁਝ ਮਦਦ ਕਰ ਸਕਣ ਅਤੇ ਤੂੰ ਆਪਣੇ ਬੈਰੀਆਂ ਨੂੰ ਭੈਭੀਤ ਕਰ ਸਕੇ। ਤੂੰ ਆਪਣੇ ਬਹੁਤ ਸਾਰੇ ਸਲਾਹਕਾਰ ਹੋਣ ਤੇ ਵੀ ਥੱਕ ਗਈ ਹੈ। ਤੂੰ ਆਪਣੇ ਜੋਤਸ਼ੀਆਂ ਨੂੰ ਸੱਦ ਕੇ ਉਹ ਤੇਰਾ ਬਚਾਅ ਕਰਨ, ਜੋ ਤਾਰਿਆਂ ਦਾ ਹਿਸਾਬ ਲਾਉਂਦੇ ਹਨ, ਜੋ ਨਵੇਂ ਚੰਦ ਦੇ ਬਾਰੇ ਟੇਵੇ ਲਾਉਂਦੇ ਹਨ ਅਤੇ ਤੈਨੂੰ ਦੱਸਦੇ ਹਨ ਕਿ ਤੇਰੇ ਨਾਲ ਅੱਗੇ ਕੀ ਵਾਪਰੇਗਾ। ਉਹ ਤਾਂ ਆਪ ਕੱਖਾਂ ਦੇ ਵਾਂਗ ਹੋ ਜਾਣਗੇ ਅਤੇ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ। ਉਹ ਆਪਣਾ ਬਚਾਅ ਨਹੀਂ ਕਰ ਸਕਣਗੇ। ਅੱਗ ਦੀਆਂ ਲਾਟਾਂ ਉਹਨਾਂ ਲਈ ਬਹੁਤ ਗਰਮ ਹੋਣਗੀਆਂ। ਉਹ ਸੇਕਣ ਵਾਲੀ ਅੱਗ ਵਾਂਗ ਨਹੀਂ ਹੋਣਗੀਆਂ। ਬਸ ਇਹ ਇੰਨੀ ਕੁ ਮਦਦ ਹੀ ਕਰ ਸਕਣਗੇ। ਜਿਨ੍ਹਾਂ ਜੋਤਸ਼ੀਆਂ ਤੋਂ ਜੀਵਨ ਭਰ ਤੂੰ ਸਲਾਹ ਲੈਂਦੀ ਰਹੀ ਸਾਂ, ਉਹ ਸਭ ਤੈਨੂੰ ਛੱਡ ਕੇ ਚਲੇ ਜਾਣਗੇ ਅਤੇ ਕੋਈ ਤੇਰਾ ਬਚਾਅ ਨਹੀਂ ਕਰੇਗਾ। ਕੋਈ ਬਚਾਅ ਨਹੀਂ ਕਰ ਸਕੇਗਾ। ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਕ ਪੁਸਤਕ ਆ ਬੁੱਕ ਆਫ ਈਨਕ, ਜਿਹੜਾ ਜਿਸ ਵੇਲੇ ਅਸੀਂ ਪੜ੍ਹਦੇ ਹਾਂ, ਹਨੋਕ ਜਿਹਨੂੰ ਕਹਿੰਦੇ ਆ, ਹਨੋਕ ਦੀ ਪੋਥੀ ਹੈ, ਲੇਕਿਨ ਉਹ ਬਾਈਬਲ ਦੇ ਵਿੱਚ ਐਕਸੈਪਟ ਨਹੀਂ ਕੀਤੀ ਗਈ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ, ਜਿਸਲੇ ਇੱਕ ਹੱਥ ਤੋਂ ਦੂਜੇ ਤੋਂ ਤੀਜੇ ਤੋਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਲਿਖ ਦਿੱਤੀਆਂ ਗਈਆਂ ਜਿਹੜੀਆਂ ਉਹ ਪੋਥੀ ਦੇ ਵਿੱਚ ਨਹੀਂ ਸੀਗੀਆਂ। ਲੇਕਿਨ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜੋ ਵੀ ਇਹ ਵਿਦਿਆ ਆ ਜਿਹੜੀ, ਇਹ ਉਹ ਡਿਗੇ ਹੋਏ ਫਰਿਸ਼ਤਿਆਂ ਨੇ ਜਿਹੜੇ ਕਿ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ, ਇਹ ਉਹਨਾਂ ਨੇ ਮਨੁੱਖ ਦੇ ਪੁੱਤਰਾਂ ਨੂੰ ਦਿੱਤੀਆਂ ਸੀ। ਮਨੁੱਖ ਦੇ ਪੁੱਤਰਾਂ ਨੂੰ ਤੇ ਮਨੁੱਖ ਦੀਆਂ ਧੀਆਂ ਨੂੰ ਉਹਨਾਂ ਨੇ ਇਹ ਗਿਫਟ ਦਿੱਤੇ ਸੀਗੇ। ਇਹ ਜਿਹੜੀਆਂ ਬੁੱਤ ਪੂਜਾ ਕਰਨੀ, ਜਾਦੂਗਰੀ, ਟੂਣੇ, ਜੋ ਵੀ ਹੈ ਸਾਰਾ ਕੁਛ, ਇਹ ਉਹ ਡਾਰਕ ਸਾਈਡ ਦਾ ਜਿਹੜਾ ਇਲਮ ਆ, ਇਹ ਉਹ ਆ। ਸੋ ਪ੍ਰਭੂ ਕਹਿ ਰਿਹਾ ਕਿ ਸਾਰੀਆਂ ਚੀਜ਼ਾਂ ਸਾਂਭ ਕੇ ਰੱਖ, ਔਰ ਇਹ ਕਹਿ ਰਿਹਾ ਕਿ ਉਹ ਤੈਨੂੰ ਕੀ ਦੱਸਣਗੇ। ਉਹ ਆਪ ਕੱਖਾਂ ਦੇ ਵਾਂਗ ਹਨ ਅਤੇ ਅੱਗ ਉਹਨਾਂ ਨੂੰ ਭਸਮ ਕਰ ਦੇਵੇਗੀ। ਉਹ ਆਪਣਾ ਬਚਾਅ ਨਹੀਂ ਕਰ ਸਕਣਗੇ। ਅੱਗ ਦੀਆਂ ਲਾਟਾਂ ਉਹਨਾਂ ਦੇ ਲਈ ਬਹੁਤ ਗਰਮ ਹੋਣਗੀਆਂ। ਉਹ ਸੇਕਣ ਵਾਲੀ ਅੱਗ ਵਾਂਗ ਨਹੀਂ ਹੋਣਗੀਆਂ। ਬਸ ਤੇਰੀ ਇੰਨੀ ਕੀ ਉਹ ਮਦਦ ਕਰ ਸਕਣਗੇ। ਜਿਨ੍ਹਾਂ ਜੋਤਸ਼ੀਆਂ ਤੋਂ ਜੀਵਨ ਭਰ ਤੂੰ ਸਲਾਹ ਲੈਂਦੀ ਰਹੀ, ਉਹ ਸਭ ਤੈਨੂੰ ਛੱਡ ਕੇ ਚਲੇ ਜਾਣਗੇ ਅਤੇ ਤੇਰਾ ਕੋਈ ਬਚਾਅ ਨਹੀਂ ਕਰੇਗਾ। ਤੇਰਾ ਕੋਈ ਬਚਾਅ ਨਹੀਂ ਕਰੇਗਾ। ਔਰ ਇਹੋ ਹੀ ਜਿਹੜੀ ਹਾਲਤ ਹੈ ਇੱਥੇ ਅਸੀਂ ਸਾਊਲ ਦੀ ਦੇਖਦੇ ਪਏ ਹਾਂ। ਹੁਣ 28ਵੇਂ ਭਾਵ ਦੀਆਂ ਕੋਈ ਜਾਣਾ ਪਹਿਲੀਆਂ 2 ਆਇਤਾਂ ਪੜ੍ਹਦੇ। ਕੁਝ ਸਮੇਂ ਦੇ ਪਿੱਛੋਂ ਫਲਿਸਤੀ ਫਿਰ ਇਸਰਾਏਲੀਆਂ ਨਾਲ ਲੜਨ ਲਈ ਇਕੱਠੇ ਹੋਏ ਤਾਂ ਅਕੀਸ਼ ਰਾਜਾ ਨੇ ਦਾਊਦ ਨੂੰ ਕਿਹਾ, ਤੂੰ ਜਾਣਦਾ ਹੈ ਕਿ ਤੂੰ ਅਤੇ ਤੇਰੇ ਆਦਮੀ ਮੇਰੇ ਨਾਲ ਇਸਰਾਏਲੀਆਂ ਦੇ ਵਿਰੁੱਧ ਲੜਨ ਲਈ ਜਾਵੋਗੇ। ਦਾਊਦ ਨੇ ਉੱਤਰ ਦਿੱਤਾ, ਹਾਂ, ਮੈਂ ਤਾਂ ਤੇਰਾ ਦਾਸ ਹਾਂ ਅਤੇ ਤੂੰ ਦੇਖੇਗਾ ਕਿ ਤੇਰਾ ਇਹ ਦਾਸ ਤੇਰੇ ਲਈ ਕਰਦਾ ਹੈ। ਅਕੀਸ਼ ਨੇ ਉੱਤਰ ਦਿੱਤਾ, ਠੀਕ ਹੈ, ਮੈਂ ਤੈਨੂੰ ਹਮੇਸ਼ਾ ਦੇ ਲਈ ਆਪਣਾ ਅੰਗ ਰੱਖਿਅਕ ਬਣਾਉਂਦਾ ਹਾਂ। ਆਮੀਨ। ਸੋ ਹੁਣ ਦਾਊਦ ਉੱਥੇ ਬੈਠਾ ਹੈ। ਦਾਊਦ ਨੂੰ ਉਸਨੇ ਇੱਕ ਸ਼ਹਿਰ ਦਿੱਤਾ ਹੈ ਜਿਹਦੇ ਵਿੱਚ ਦਾਊਦ ਦੇ ਸਾਰੇ ਜਿਹੜੇ ਲੋਕ ਆ ਉਹ ਰਹਿ ਸਕਦੇ ਆ, ਆਪਣੇ ਢੰਗ ਦੇ ਨਾਲ ਉਹ ਪ੍ਰਭੂ ਦੀ ਪ੍ਰਸਤਿਸ਼ ਕਰ ਸਕਦੇ ਆ। ਔਰ ਉੱਥੇ ਹੁਣ ਇੰਨੀ ਵੱਡੀ ਉਸਨੇ ਦਾਊਦ ਦੇ ਉੱਤੇ ਰਹਿਮ ਕੀਤੀ ਹੋਇਆ ਤੇ ਉਸ ਨੂੰ ਉਹ ਕਹਿੰਦਾ ਕਿ ਹੁਣ ਸਾਰੇ ਜਿਹੜੇ ਰਾਜੇ ਆ, ਛੋਟੇ ਛੋਟੇ ਰਾਜੇ ਹੁੰਦੇ ਸੀਗੇ, ਤਾਂ ਜਿੱਦਾਂ ਕਿ ਇੱਕ ਪੰਜਾਬ ਦੇ ਇੱਕ
ਜ਼ਿਲ੍ਹੇ ਤੋਂ ਵੀ, ਇੱਕ ਜ਼ਿਲ੍ਹੇ ਦੇ ਵਿੱਚ 3-3 ਰਾਜੇ ਹੁੰਦੇ ਸੀਗੇ ਤੇ ਜਿਸ ਵੇਲੇ ਲੜਨ ਜਾਂਦੇ ਸੀ ਤਾਂ ਸਾਰੇ ਇਕੱਠੇ ਹੋ ਜਾਂਦੇ ਸੀ ਤੇ ਫਿਰ ਉਹਨੂੰ ਉਸ ਸਾਰੇ ਇਲਾਕੇ ਨੂੰ ਫਲਸਤੀਨ ਕਿਹਾ ਜਾਂਦਾ ਸੀ ਜਾਂ ਫਲਸਤੀਨ ਆਖਦੇ। ਸੋ ਉਸਨੇ ਕਿਹਾ ਕਿ ਤੂੰ ਮੇਰੇ ਨਾਲ ਲੜਨ ਜਾਏਂਗਾ? ਜੇ ਅਸੀਂ ਇਜ਼ਰਾਈਲੀਆਂ ਦੇ ਨਾਲ ਲੜਨ ਨੂੰ ਗਏ, ਕਹਿੰਦਾ ਜ਼ਰੂਰ ਜਾਊਂਗਾ, ਨਾ ਤਾਂ ਕਰ ਨਹੀਂ ਸਕਦਾ। ਤੇ ਨਾਲ ਹੀ ਹੁਣ ਲੜਾਈ ਆ ਪਈ। ਹੁਣ ਦਾਊਦ ਦੇ ਮੂੰਹ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਨੇ ਕਿ ਕੋੜ ਸੱਪ ਦੇ ਮੂੰਹ ਚ ਕੋੜ ਕਰ ਲਈ, ਨਾ ਖਾਣ ਜੋਗਾ ਨਾ ਥੁੱਕਣ ਜੋਗਾ, ਜਾਏ ਤਾਂ ਜਾਏ ਕਿੱਥੇ ਨੂੰ? ਜੇ ਨਾ ਕਰਦਾ ਤੇ ਉਹਨੇ ਕਹਿਣਾ ਕਿ ਤੂੰ ਇਜ਼ਰਾਈਲੀਆਂ ਦਾ ਸਾਥ ਦਿੰਦਾ ਪਿਆ, ਤੂੰ ਝੂਠ ਬੋਲਦਾ ਪਿਆ ਮੇਰੇ ਨਾਲ। ਅਗਰ ਉਹ ਲੜਾਈ ਦੇ ਲਈ ਨਾਲ ਜਾਂਦਾ ਆ ਤੇ ਉਹਨੂੰ ਆਪਣੇ ਭਰਾਵਾਂ ਦੀ ਜਾਨ ਲੈਣੀ ਪੈਣੀ। ਇਜ਼ਰਾਈਲੀ ਭਰਾਵਾਂ ਤੇ ਹਮਲਾ ਕਰੇਗਾ ਨਾ ਜੇ ਜਾਏਗਾ। ਹੁਣ ਤੁਸੀਂ ਦੇਖੋ ਕਿ ਪ੍ਰਭੂ ਉਹਨੂੰ ਕਿੱਦਾਂ ਇਸ ਮੁਸੀਬਤ ਦੇ ਵਿੱਚੋਂ ਦੀ ਕੱਢਦਾ, ਕਿੱਦਾਂ ਪ੍ਰਭੂ ਉਹਦੇ ਉੱਤੇ ਰਹਿਮ ਕਰਦਾ ਦਾਊਦ ਤੇ, ਕਿ ਉਹਨੂੰ ਆਪਣੇ ਭਰਾਵਾਂ ਦੇ ਉੱਤੇ ਤੀਰ ਜਾਂ ਤਲਵਾਰ ਨਹੀਂ ਚੱਕਣਾ ਪਿਆ। ਸੋ ਆ ਜੋ ਹੁਣ 29ਵੇਂ ਭਾਗ ਦੇ ਵਿੱਚ ਹੁਣ ਉਹ ਤੁਰ ਪਏ ਆ ਜੰਗ ਦੇ ਲਈ ਸਾਰੇ ਜਾਣੇ, ਔਰ ਸਾਰੀਆਂ ਉਹਨਾਂ ਨੇ ਫੌਜਾਂ ਇਕੱਠੀਆਂ ਕਰ ਲਈਆਂ, ਸਾਰਿਆਂ ਜ਼ਿਲ੍ਹਿਆਂ ਤੋਂ ਫੌਜਾਂ ਆ ਗਈਆਂ, ਔਰ ਉਹ ਹੁਣ ਇੱਕ ਫੌਜ ਬਣ ਗਈ। ਹੁਣ ਫਲਸਤੀਆਂ ਦੀ ਫੌਜ ਬਣ ਗਈ। ਸੋ ਉਹ ਹੁਣ ਉੱਥੋਂ ਤੁਰੇ ਆ ਮੇਰੇ ਨਾਲ। ਇਸ ਦੀਆਂ 11 ਹੀ ਆਇਤਾਂ ਆ, ਇਸ ਦੀਆਂ 11 ਆਇਤਾਂ ਕੋਈ ਜਣਾ ਪੜ੍ਹ। ਤਦ ਫਲਿਸਤੀਆਂ ਦੀ ਸਾਰੀ ਫੌਜ ਫੇਕ ਦੀ ਥਾਂ ਤੇ ਇਕੱਠੀ ਹੋਈ ਅਤੇ ਉਹਨਾਂ ਇਜ਼ਰਾਈਲ ਕੋਲ ਆ ਕੇ ਆਪਣਾ ਫੌਜੀ ਕੈਂਪ ਲਾਇਆ। ਫਲਿਸਤੀਆਂ ਦੀ ਸੈਨਾ ਦੇ 5 ਸਰਦਾਰ ਆਪਣੀ ਫੌਜ ਦੇ ਨਾਲ ਸੈਂਕੜਿਆਂ ਤੇ ਹਜ਼ਾਰਾਂ ਦੇ ਦਲ ਬਣਾ ਕੇ ਅੱਗੇ ਅੱਗੇ ਚੱਲ ਰਹੇ ਸਨ। ਪਰ ਦਾਊਦ ਆਪਣੇ ਆਦਮੀਆਂ ਸਣੇ ਅਕੀਸ਼ ਰਾਜਾ ਦੇ ਨਾਲ ਪਿੱਛੇ ਪਿੱਛੇ ਆ ਰਿਹਾ ਸੀ। ਉਹਨਾਂ ਨੂੰ ਪਿੱਛੇ ਆਉਂਦਿਆਂ ਦੇਖ ਕੇ ਫਲਿਸਤੀ ਸਰਦਾਰਾਂ ਨੇ ਰਾਜਾ ਅਕੀਸ਼ ਤੋਂ ਪੁੱਛਿਆ, ਇਹ ਇਬਰਾਨੀ ਇੱਥੇ ਕੀ ਕਰ ਰਹੇ ਹਨ? ਅਕੀਸ਼ ਨੇ ਉੱਤਰ ਦਿੱਤਾ, ਇਹ ਸਾਊਲ ਦਾ ਇੱਕ ਅਫਸਰ ਦਾਊਦ ਹੈ, ਜੋ ਇੱਕ ਲੰਮੇ ਸਮੇਂ ਤੋਂ ਮੇਰੇ ਨਾਲ ਰਹਿ ਰਿਹਾ ਹੈ ਅਤੇ ਜਦੋਂ ਤੋਂ ਇਹ ਮੇਰੇ ਕੋਲ ਆਇਆ ਹੈ ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਦੇਖਿਆ ਹੈ। ਪਰ ਫਲਿਸਤੀ ਸਰਦਾਰਾਂ ਨੇ ਗੁੱਸੇ ਨਾਲ ਰਾਜਾ ਅਕੀਸ਼ ਨੂੰ ਕਿਹਾ, ਨਹੀਂ, ਤੂੰ ਇਸ ਨੂੰ ਉਸ ਥਾਂ ਤੇ ਘੱਲ ਦੇ ਜੋ ਤੂੰ ਇਸ ਨੂੰ ਰਹਿਣ ਲਈ ਦਿੱਤੀ ਹੈ। ਇਸ ਨੂੰ ਤੂੰ ਲੜਾਈ ਵਿੱਚ ਸਾਡੇ ਨਾਲ ਨਾ ਜਾਣ ਦੇ। ਹੋ ਸਕਦਾ ਹੈ ਕਿ ਇਹ ਉੱਥੇ ਜਾ ਕੇ ਸਾਡੇ ਵਿਰੁੱਧ ਹੀ ਲੜਨ ਲੱਗੇ। ਆਪਣੇ ਮਾਲਕ ਦੀ ਦੁਆਰਾ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੇ ਲਈ ਇਸ ਦੇ ਹੱਥ ਵਿੱਚ ਇਸ ਤੋਂ ਚੰਗਾ ਮੌਕਾ ਕੀ ਹੋ ਸਕਦਾ ਹੈ ਕਿ ਇਸ ਦੁਆਰਾ ਸਾਡੇ ਆਦਮੀਆਂ ਦੀਆਂ ਜਾਨਾਂ ਨੂੰ ਖਤਰਾ ਪੈਦਾ ਨਹੀਂ ਹੋ ਸਕਦਾ। ਫਿਰ ਇਹ ਉਹੀ ਦਾਊਦ ਹੈ ਜਿਸ ਦੇ ਬਾਰੇ ਔਰਤਾਂ ਨੇ ਨੱਚਦਿਆਂ ਹੋਇਆ ਗਾਇਆ ਸੀ, ਸਾਊਲ ਤਾਂ ਹਜ਼ਾਰਾਂ ਤੇ ਭਾਰੂ ਹੋਇਆ, ਪਰ ਦਾਊਦ ਕਈ 10 ਹਜ਼ਾਰਾਂ ਤੇ ਭਾਰੂ ਪਿਆ। ਸੋ ਅਕੀਸ਼ ਰਾਜਾ ਨੇ ਦਾਊਦ ਨੂੰ ਸੱਦ ਕੇ ਕਿਹਾ, ਮੈਂ ਜਿਉਂਦੇ ਪ੍ਰਭੂ ਦੀ ਸਹੁੰ ਚੁੱਕ ਕੇ ਕਹਿੰਦਾ ਹਾਂ, ਜਦੋਂ ਤੋਂ ਤੂੰ ਮੇਰੇ ਕੋਲ ਆਇਆ ਹੈ ਤੂੰ ਮੇਰਾ ਵਫਾਦਾਰ ਹੋ ਕੇ ਰਿਹਾ ਹੈ ਅਤੇ ਮੈਂ ਤੇਰੇ ਵਿੱਚ ਕੋਈ ਦੋਸ਼ ਨਹੀਂ ਦੇਖਿਆ। ਮੈਂ ਖੁਸ਼ ਸਾਂ ਕਿ ਤੂੰ ਮੇਰੇ ਨਾਲ ਇਸ ਲੜਾਈ ਵਿੱਚ ਜਾ ਰਿਹਾ ਹੈ, ਪਰ ਮੇਰੇ ਦੂਜੇ ਸਾਥੀ ਰਾਜੇ ਇਸ ਤੋਂ ਖੁਸ਼ ਨਹੀਂ ਹਨ। ਇਸ ਲਈ ਤੂੰ ਵਾਪਸ ਆਪਣੇ ਨਗਰ ਨੂੰ ਜਾ, ਕੋਈ ਇਹੋ ਜਿਹਾ ਕੰਮ ਨਾ ਕਰ ਜਿਸ ਤੋਂ ਇਹ ਰਾਜੇ ਨਾ ਖੁਸ਼ ਹੋਣ। ਦਾਊਦ ਨੇ ਉੱਤਰ ਦਿੱਤਾ, ਜੇਕਰ ਤੁਸੀਂ ਆਪਣੇ ਕਹੇ ਅਨੁਸਾਰ ਮੇਰੇ ਵਿੱਚ ਉਸ ਸਮੇਂ ਤੋਂ ਲੈ ਕੇ ਜਦੋਂ ਦਾ ਮੈਂ ਤੁਹਾਡੀ ਸੇਵਾ ਵਿੱਚ ਆਇਆ ਹਾਂ ਕੋਈ ਦੋਸ਼ ਨਹੀਂ ਪਾਇਆ, ਤਾਂ ਮੇਰੇ ਨਾਲ ਇਹ ਅਨਿਆਂ ਕਿਉਂ? ਕੀ ਮੈਂ ਆਪਣੇ ਮਾਲਕ ਰਾਜਾ ਦੇ ਵੈਰੀਆਂ ਵਿਰੁੱਧ ਉਸ ਨਾਲ ਲੜਨ ਲਈ ਨਹੀਂ ਜਾ ਸਕਦਾ ਹੈ? ਅਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ, ਮੈਂ ਪੂਰੀ ਤਰ੍ਹਾਂ ਨਾਲ ਜਾਣਦਾ ਹਾਂ ਕਿ ਤੂੰ ਪਰਮੇਸ਼ਰ ਦੇ ਸਵਰਗ ਦੂਤ ਵਾਂਗ ਮੇਰੇ ਸਾਹਮਣੇ ਨਿਰਦੋਸ਼ ਆ, ਪਰ ਕਿਉਂਕਿ ਬਾਕੀ ਦੇ ਰਾਜਾ ਨਹੀਂ ਮੰਨਦੇ, ਇਸ ਲਈ ਤੂੰ ਕੱਲ ਸਵੇਰੇ ਉੱਠ ਅਤੇ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਵਾਪਸ ਚਲਾ ਜਾ। ਇਸ ਲਈ ਦਾਊਦ ਅਗਲੀ ਸਵੇਰੇ ਲੋੜ ਲੱਗਦਿਆਂ ਹੀ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਫਲਿਸਤੀ ਦੇਸ਼ ਨੂੰ ਵਾਪਸ ਚਲਾ ਗਿਆ ਅਤੇ ਫਲਿਸਤੀ ਇਜ਼ਰਾਈਲ ਦੇ ਵੱਲ ਅੱਗੇ ਵਧ ਗਏ। ਆਮੀਨ। ਤੁਸੀਂ ਇਹ ਚੀਜ਼ ਦੇਖੋ ਪ੍ਰਭੂ ਨੇ ਉਸ ਨੂੰ ਕਿੱਦਾਂ ਇਸ ਮੁਸੀਬਤ ਦੇ ਵਿੱਚੋਂ ਦੀ ਕੱਢਿਆ। ਬੜੀ ਭਾਰੀ ਮੁਸੀਬਤ ਸੀ, ਬਹੁਤ ਭਾਰੀ ਮੁਸੀਬਤ ਸੀ। ਇਸ ਲੜਾਈ ਦੇ ਵਿੱਚ ਸਾਊਲ ਨੇ ਮਾਰਿਆ ਜਾਣਾ, ਜੋਨਾਥਨ ਨੇ ਮਾਰਿਆ ਜਾਣਾ। ਸਭ ਨੇ ਇਹ ਕਹਿਣਾ ਸੀ, ਦੇਖਿਆ ਇਹ ਜੋਨਾਥਨ ਨੂੰ ਆਪਣਾ ਭਰਾ ਕਹਿੰਦਾ ਸੀ, ਜੋਨਾਥਨ ਨੇ ਇਹਦੀ ਜਾਨ ਬਚਾਈ, ਪਰ ਜੋਨਾਥਨ ਨੂੰ ਮਾਰਨ ਦੇ ਲਈ ਆ ਗਿਆ। ਇਹਨੂੰ ਰਾਜ ਦੀ ਇੰਨੀ ਭੁੱਖ ਸੀ।
ਕਿੱਡਾ ਵੱਡਾ ਕਲੰਕ ਉਹਦੇ ਸਿਰ ਦੇ ਉੱਤੇ ਲੱਗਣਾ ਸੀ, ਔਰ ਪ੍ਰਭੂ ਨੇ ਉਹ ਧੋ ਦਿੱਤਾ। ਕਿਉਂ? ਕਿਉਂਕਿ ਇਸ ਵੇਲੇ ਪ੍ਰਭੂ ਦੀ ਜਿਹੜੀ ਆਵਾਜ਼ ਹੈ ਦਾਊਦ ਨੂੰ ਆ ਰਹੀ ਹੈ। ਪ੍ਰਭੂ ਨੇ ਆਪ ਹੀ ਇਸ਼ਾਰਾ ਦਿੱਤਾ ਕਿ ਤੂੰ ਜਾ, ਦੇਖੀ ਮੈਂ ਕੀ ਕਰਦਾ। ਜਿਸ ਤਰ੍ਹਾਂ ਸਾਊਲ ਜਿਸਲੇ ਦੂਜੀ ਵਾਰੀ ਫੌਜ ਲੈ ਕੇ ਦਾਊਦ ਦੇ ਉੱਤੇ ਚੜਿਆ ਤੇ ਬਾਹਰ ਸੁੱਤੇ ਪਏ ਪ੍ਰਭੂ ਨੇ ਐਸੀ ਨੀਂਦ ਘੱਲੀ ਕਿ ਉਹਨਾਂ ਨੂੰ ਕੁਛ ਨਹੀਂ ਪਤਾ ਸੀ ਉਹ ਕਿੱਥੇ ਪਏ। ਔਰ ਜਿਹੜਾ ਉਸਦੇ ਨਾਲ ਬੰਦਾ ਸੀ ਉਹ ਗਿਆ, ਚੁੱਕ ਕਰਕੇ ਉਹ ਸਰਾਹੀ ਵੀ ਚੁੱਕ ਲਿਆਇਆ ਪਾਣੀ ਦੀ, ਉਹਦਾ ਨੇਜਾ ਵੀ ਚੁੱਕ ਲਿਆਇਆ। ਔਰ ਜਿਸ ਵੇਲੇ ਉਸਨੇ ਉਠਾਇਆ, ਅਬਨੇਰ ਨੂੰ ਉਠਾਇਆ ਕਿ ਤੂੰ ਤਾਂ ਰਾਜੇ ਦੀ ਪ੍ਰੋਟੈਕਸ਼ਨ ਦੇ ਲਈ ਤੈਨੂੰ ਤਾਂ ਚੁਣਿਆ ਗਿਆ, ਤੂੰ ਏਦਾਂ ਦੀ ਪ੍ਰੋਟੈਕਸ਼ਨ ਕਰਦਾ ਪਿਆ। ਆਹ ਦੇਖ ਤੇਰੇ ਰਾਜੇ ਦਾ, ਆਹ ਉਹਦੀ ਸਰਾਹੀ ਆ ਤੇ ਆਹ ਉਹਦਾ ਨੇਜਾ ਆ। ਮੈਂ ਜੇ ਚਾਹੁੰਦਾ ਤੇ ਮੈਂ ਜਿਹਨੂੰ ਬਿਨ ਸਕਦਾ ਸੀ। ਪ੍ਰਭੂ ਨੇ ਉਸ ਵੇਲੇ ਦਾਊਦ ਦਾ ਸਾਥ ਦਿੱਤਾ। ਲੇਕਿਨ ਆਹ ਜਿਹੜਾ ਸਮਾਂ ਇਹ ਉਹਦੇ ਤੋਂ ਵੀ ਵੱਡਾ ਹੈ, ਇਹ ਉਹਦੇ ਤੋਂ ਵੀ ਖਤਰਨਾਕ, ਕਿਉਂਕਿ ਪ੍ਰਭੂ ਨੇ ਦਾਊਦ ਨੂੰ ਆਪਣੇ ਲੋਕਾਂ ਦਾ ਚਰਵਾਹਾ ਹੋਣ ਦੇ ਲਈ ਚੁਣਿਆ, ਤਾਂ ਕਿ ਉਹ ਛੋਟੇ ਤੋਂ ਛੋਟੇ ਦੇ ਨਾਲ ਔਰ ਵੱਡੇ ਤੋਂ ਵੱਡੇ ਦੇ ਨਾਲ ਬਰਕਤ ਦੇ ਨਾਲ ਉਹਨਾਂ ਨੂੰ ਬਰਕਤ ਦੇਵੇ। ਲੇਕਿਨ ਉਸਨੇ ਜਿਸ ਲਈ ਉਸਨੂੰ ਪੁੱਛਿਆ ਕਿ ਤੂੰ ਮੇਰੇ ਨਾਲ ਜੰਗ ਲੜਨ ਚੱਲੇਗਾ, ਕਹਿੰਦਾ ਜ਼ਰੂਰ ਚੱਲੂਗਾ, ਤੂੰ ਮੈਨੂੰ ਦੱਸ ਜਾਣਾ ਕਿੱਥੇ ਨੂੰ। ਜਿਸ ਲਈ ਉਹ ਜਾ ਰਿਹਾ ਇਸੇ ਤਰ੍ਹਾਂ ਉਹ ਬਾਕੀ ਤੇ ਆਪਣੀਆਂ ਫੌਜਾਂ ਲੈ ਕੇ ਅੱਗੇ ਜਾ ਰਹੇ ਸੀ, ਤਾਂ ਕੀਸ਼ ਦਾ ਰਾਜਾ ਜਿਹੜਾ ਸੀਗਾ ਉਹਦੀ ਜਿਹੜੀ ਟਰਨ ਸੀਗੀ ਉਹ ਸਭ ਤੋਂ ਪਿੱਛੇ ਸੀ। ਔਰ ਜਿਸ ਲਈ ਬਾਕੀ ਰਾਜਿਆਂ ਨੇ ਇਹ ਚੀਜ਼ ਦੇਖੀ, ਉਹ ਕਹਿੰਦਾ ਆਹ ਕੌਣ ਹੈ, ਇਹ ਬੰਦਾ ਕੌਣ ਹੈ, ਤਾਂ ਇਬਰਾਨੀ ਲੱਗਦਾ। ਉਹਨਾਂ ਦੇ ਕੱਪੜਿਆਂ ਤੋਂ ਪਤਾ ਲੱਗ ਜਾਂਦਾ ਸੀ, ਇਬਰਾਨੀਆਂ ਦੇ ਰੰਗ ਤੋਂ ਪਤਾ ਲੱਗ ਜਾਂਦਾ ਸੀ, ਦਿੱਖ ਤੋਂ ਪਤਾ ਲੱਗ ਜਾਂਦਾ ਸੀ। ਕਿਉਂਕਿ ਦੇਖਣ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਜਿੱਥੇ ਅੱਜ ਇਰਾਕ ਆ, ਇਰਾਕੀ ਲੋਕਾਂ ਵਰਗੇ ਅਸਲ ਦੇ ਵਿੱਚ ਜਿਹੜੇ ਸੀਗੇ ਇਹ ਲੋਕ ਸੀਗੇ, ਇਰਾਕੀ ਔਰ ਇਰਾਨੀ ਲੋਕਾਂ ਵਰਗੇ ਜਿਹੜੇ ਯਹੂਦੀ ਸੀ, ਅਸਲ ਦੇ ਵਿੱਚ ਇਹਨਾਂ ਦੀਆਂ ਸ਼ਕਲਾਂ ਉਹਨਾਂ ਦੇ ਨਾਲ ਮਿਲਦੀਆਂ ਸੀ। ਕਿਉਂਕਿ ਊਰ ਜਿਹੜਾ ਨਗਰ ਊਰ ਆ, ਉਹ ਸਾਰੇ ਉੱਥੇ ਹੀ ਆ। ਸਾਰੇ ਜਿਹੜੇ ਨਗਰ ਉਹ ਸਾਰੇ ਦੇ ਸਾਰੇ ਨਗਰ ਇਰਾਕ ਔਰ ਈਰਾਨ ਦੇ ਬਾਰਡਰ ਦੇ ਉੱਤੇ ਆ। ਸੋ ਉਹਨਾਂ ਦੀ ਜਿਹੜੀ ਦਿੱਖ ਵੱਖਰੀ ਸੀਗੀ, ਉਹਨਾਂ ਦਾ ਪਹਿਰਾਵਾ ਵੱਖਰਾ ਸੀਗਾ, ਉਹਨਾਂ ਦੇ ਹਥਿਆਰ ਵੱਖਰੇ ਤਰ੍ਹਾਂ ਦੇ ਸੀਗੇ। ਸੋ ਜਿਸ ਲਈ ਉਹਨਾਂ ਨੇ ਇਹ ਦੇਖਿਆ, ਕਹਿੰਦਾ ਤੂੰ ਬੇਵਕੂਫ ਆ, ਉਧਰੋਂ ਮੋਹਰਿਓਂ ਅਸੀਂ ਫੌਜ ਦੇ ਨਾਲ ਲੜਨਾ, ਪਿੱਛੇ ਤੂੰ ਇਹਨੂੰ ਲਾਤਾ। ਜੇ ਕਹਿੰਦਾ ਇਹਦਾ ਮਨ ਬਦਲ ਗਿਆ ਉੱਥੇ ਜਾ ਕੇ, ਜੇ ਇਹਨੇ ਪਿੱਛੋਂ ਫੌਜ ਦੇ ਉੱਤੇ ਚੜਾਈ ਕਰਤੀ ਆਪਣੇ ਬੰਦੇ ਲੈ ਕੇ, ਅਸੀਂ ਆਪਣੇ ਬੰਦੇ ਨਹੀਂ ਮਰਵਾਉਣੇ, ਇਹਨੂੰ ਵਾਪਸ ਕਰ, ਇਹਨੂੰ ਵਾਪਸ ਕਰ। ਇੱਥੇ ਪ੍ਰਭੂ ਕਿੱਦਾਂ ਦੇ ਕੰਮ ਕਰਦਾ। ਉਹ ਕਹਿੰਦਾ ਇਹ ਉਹੋ ਹੀ ਬੰਦਾ ਨਹੀਂ। ਉਹਨਾਂ ਨੂੰ ਉਹ ਚੀਜ਼ ਭੁੱਲਦੀ ਨਹੀਂ ਪਈ। ਦਾਊਦ ਦਾ ਇੱਕ ਛੋਟਾ ਜਿਹਾ ਟੀਨੇਜ ਬੰਦਾ, ਜਿਸ ਨੇ ਇੱਕ ਬੱਟੇ ਦੇ ਨਾਲ ਇੱਕ ਉਹਨਾਂ ਦਾ ਐਡਾ ਵੱਡਾ ਜਿਹੜਾ ਵਾਰੀਅਰ ਸੀਗਾ ਉਸਨੂੰ ਥੱਲੇ ਸੁੱਟ ਦਿੱਤਾ। ਮਹਾਨ ਜਿਹੜਾ ਲੜਾਕਾ ਉਸ ਲੈ ਕੇ ਆਏ ਸੀਗੇ, ਉਹਦੀ ਧੌਣ ਜਿਹੜੀ ਸੀ ਉਹਦੀ ਤਲਵਾਰ ਦੇ ਨਾਲ ਲਾਤੀ ਸੀਗੀ। ਸੋ ਬਾਰ-ਬਾਰ ਇਹੋ ਚੀਜ਼ ਕਹਿੰਦੇ ਆ। ਮੇਰੇ ਨਾਲ ਏਦਾਂ ਹੀ ਤੁਸੀਂ ਇੱਥੇ ਪਿੱਛੇ ਆ ਜਾਓ 18ਵੇਂ ਭਾਵ ਦੇ ਵਿੱਚ, 18ਵੇਂ ਭਾਵ ਦੇ ਵਿੱਚ, ਔਰ ਉਸ ਦੀ 6 ਤੋਂ ਲੈ ਕੇ 9 ਆਇਤ ਤੱਕ ਜਿਸ ਨੂੰ ਮਿਲ ਜਾਏ। ਸਾਊਲ ਦੀ ਦਾਊਦ ਨਾਲ ਈਰਖਾ। ਜਦੋਂ ਦਾਊਦ ਨੇ ਗੋਲੀਅਥ ਨੂੰ ਮਾਰਿਆ ਤੇ ਇਸ ਦੇ ਪਿੱਛੋਂ ਇਜ਼ਰਾਈਲੀ ਫੌਜ ਵਾਪਸ ਆ ਰਹੀ ਸੀ, ਤਾਂ ਹਰ ਇਜ਼ਰਾਈਲ ਨਗਰ ਤੋਂ ਔਰਤਾਂ ਸਾਊਲ ਰਾਜਾ ਦੇ ਸਵਾਗਤ ਲਈ ਨੱਚਦੀਆਂ, ਗਾਉਂਦੀਆਂ, ਡਫਾਂ ਤੇ ਝਾਂਜਰਾਂ ਵਜਾਉਂਦੀਆਂ ਨਿਕਲੀਆਂ। ਉਹ ਗਾ ਰਹੀਆਂ ਸਨ, ਸਾਊਲ ਤਾਂ ਹਜ਼ਾਰਾਂ ਤੇ ਭਾਰੂ ਹੋਇਆ, ਪਰ ਦਾਊਦ ਕਈ 10,000 ਤੇ ਭਾਰੂ ਪਿਆ। ਸਾਊਲ ਨੂੰ ਉਹਨਾਂ ਦਾ ਇਹ ਗੀਤ ਪਸੰਦ ਨਾ ਆਇਆ ਤੇ ਉਹ ਕ੍ਰੋਧਿਤ ਹੋ ਕੇ ਬੋਲਿਆ, ਦਾਊਦ ਦੇ ਲਈ ਤਾਂ ਉਹਨਾਂ 10,000 ਕਿਹਾ ਹੈ, ਪਰ ਮੇਰੇ ਲਈ ਕੇਵਲ 1000 ਕਿਹਾ ਹੈ। ਹੁਣ ਉਸ ਦੇ ਲਈ ਬਾਕੀ ਪਿੱਛੇ ਕੀ ਰਹਿ ਗਿਆ ਹੈ? ਕੇਵਲ ਮੇਰਾ ਰਾਜ। ਇਸ ਲਈ ਉਹ ਉਸ ਦਿਨ ਤੋਂ ਦਾਊਦ ਨਾਲ ਈਰਖਾ ਕਰਨ ਲੱਗਾ
ਅਗਲੇ ਨਾਲ ਦਿਨ ਈਰਖਾ ਕਰਨ ਲੱਗ ਹਾਂਜੀ ਬਸ ਇੱਥੇ ਤੱਕ ਹੀ ਕਰਨਾ, ਇੱਥੇ ਤੱਕ ਹੀ। ਓਕੇ ਦੇਖੋ ਦੇਖੋ ਹੁਣ ਕਿੱਦਾਂ ਦੋਨੇ ਪਾਸੇ ਤੋਂ ਪ੍ਰੋਬਲਮ ਉਸ ਗੀਤ ਦੇ ਨਾਲ ਬਹੁਤ ਵੱਡੀ ਪ੍ਰੋਬਲਮ ਹੋਈ ਉਹ ਨਾ ਤਾਂ ਉਹ ਗੀਤ ਭੁੱਲਦਾ ਹੈਗਾ ਸਾਊਲ ਨੂੰ ਤੇ ਨਾ ਹੀ ਉਹ ਗੀਤ ਭੁੱਲਦਾ ਫਲਸਤੀਆਂ ਨੂੰ। ਪ੍ਰਭੂ ਨੇ ਉਹ ਗੀਤ ਦੁਆਰਾ ਉਹਨਾਂ ਦੇ ਰੈਕਟ ਦੇ ਉੱਤੇ ਚਲਾਤਾ ਜਿਹੜਾ ਤੇ ਇਹ ਜਰਾ ਕਿ ਦੁਆਰਾ ਸੁਣ ਲੈਣ ਉਹਨਾਂ ਦੇ ਮਨਾਂ ਦੇ ਵਿੱਚ ਉਹ ਗੀਤ ਵੱਜਦਾ ਪਿਆ। ਉਹਨੇ ਮੁੜ ਕੇ ਚਲਾਤਾ। ਉਹ ਕਹਿੰਦਾ ਇਹ ਉਹ ਹੀ ਨਹੀਂ ਇਹ ਉਹ ਹੀ ਨਹੀਂ ਜਿਹਨੇ ਗੁਲਾਇਤ ਨੂੰ ਮਾਰਿਆ ਸੀ ਜਿਹਦੇ ਲਈ ਗੀਤ ਗਾਏ ਗਏ ਸੀਗੇ। ਇਹਨੂੰ ਵਾਪਸ ਕਰ। ਸੋ ਅਕੀਸ਼ ਨੇ ਕੀ ਕਿਹਾ? ਉਹ ਕਹਿੰਦਾ ਮੈਂ ਤੇਰੇ 'ਚ ਕੋਈ ਐਸੀ ਚੀਜ਼ ਨਹੀਂ ਦੇਖੀ, ਤੂੰ ਫਰਿਸ਼ਤੇ ਦੇ ਵਾਂਗ ਮੇਰੇ ਨਾਲ ਖੜਾ। ਮੈਂ ਤੈਨੂੰ ਇੱਕ ਵਾਰੀ ਕਿਹਾ ਤੂੰ ਮੇਰੇ ਨਾਲ ਆ ਗਿਆ ਪਰ ਮੇਰੇ ਨਾਲ ਦੇ ਬੰਦੇ ਨਹੀਂ ਮੰਨਦੇ, ਸੋ ਤੈਨੂੰ ਵਾਪਸ ਜਾਣਾ ਪੈਣਾ। ਪਰ ਦਾਊਦ ਨੇ ਬੜਾ ਜ਼ੋਰ ਲਾਇਆ, ਇਹ ਕਿੱਦਾਂ ਹੋ ਸਕਦਾ? ਉਹ ਕੌਣ ਹੁੰਦੇ ਮੈਨੂੰ ਵਾਪਸ ਕਰਨ ਵਾਲੇ? ਮੈਂ ਤਾਂ ਤੇਰਾ ਸਾਥੀ ਹਾਂ। ਉਹ ਕਹਿੰਦਾ ਮੈਂ ਜਾਣਦਾ, ਇਸ ਗੱਲ ਨੂੰ ਜਾਣਦਾ, ਪਰ ਉਹ ਨਹੀਂ ਮੰਨਦੇ, ਸੋ ਤੈਨੂੰ ਵਾਪਸ ਜਾਣਾ ਪੈਣਾ। ਔਰ ਦੇਖੋ ਕਿੱਡੀ ਵੱਡੀ ਮੁਸੀਬਤ ਜਿਹੜੀ ਅੱਗੇ ਖੜੀ ਸੀ, ਪ੍ਰਭੂ ਨੇ ਕਿਸ ਤਰ੍ਹਾਂ ਆਪਣੇ ਬੰਦੇ ਦਾ ਬਚਾਅ ਕੀਤਾ। ਅਗਰ ਦੋਨਾਂ ਦੇ ਵਿੱਚ ਦੇਖੀਏ ਤਾਂ ਸਾਊਲ ਨੂੰ ਕੋਈ ਸਲਾਹ ਨਹੀਂ ਆ ਰਹੀ, ਕੋਈ ਆਵਾਜ਼ ਨਹੀਂ ਆ ਰਹੀ। ਉਹ ਜਾ ਰਿਹਾ ਜਾਦੂਗਰਨੀਆਂ ਦੇ ਕੋਲ ਜਾ ਰਿਹਾ, ਜਾਦੂਗਰਨੀਆਂ ਦੇ ਕੋਲ ਜਾ ਕੇ ਉਹਨਾਂ ਤੋਂ ਸਲਾਹਾਂ ਲੈਂਦਾ ਪਿਆ। ਪਰ ਅਗਰ ਪ੍ਰਭੂ ਦੇ ਬੰਦੇ ਨੂੰ ਇਸ ਨੂੰ ਦੇਖੀਏ ਤਾਂ ਅਸੀਂ ਕੀ ਦੇਖਦੇ ਪਏ? ਪ੍ਰਭੂ ਪੈਰ ਪੈਰ ਤੇ ਉਹਦੇ ਨਾਲ ਗੱਲ ਕਰਦਾ, ਪੈਰ ਪੈਰ ਤੇ ਉਹਨੂੰ ਆਪਣੇ ਨਾਲ ਲੈ ਕੇ ਤੁਰਿਆ। ਆਜੋ ਅਸੀਂ ਹੁਣ ਵਾਪਸ ਉਸੇ ਏਰੀਏ ਨੂੰ ਜਾ ਰਿਹਾ ਜਿੱਥੇ ਪ੍ਰਭੂ ਨੇ ਔਰ ਅਕੀਸ਼ ਦੇ ਰਾਜੇ ਨੇ ਉਸ ਨੂੰ ਰੱਖਿਆ ਸੀ। ਸੋ ਆਓ ਅਸੀਂ ਪਹਿਲਾ ਇਤਿਹਾਸ ਉਹਦਾ 12ਵਾਂ ਭਾਗ, ਜਿਸ ਲਈ ਉਹ ਵਾਪਸ ਜਾ ਰਿਹਾ ਤੇ ਉਹਦੇ ਨਾਲ ਹੁਣ ਕੀ ਹੋ ਰਿਹਾ ਅਸੀਂ ਉਸ ਨੂੰ ਦੇਖਾਂਗੇ। ਜਿਸ ਲਈ ਘਰ ਵੱਲ ਨੂੰ ਹੁਣ ਵਾਪਸ ਜਾ ਰਿਹਾ। ਪਹਿਲਾ ਇਤਿਹਾਸ ਉਸਦਾ 12ਵਾਂ ਭਾਗ ਔਰ ਉਸਦੀ 16 ਤੋਂ ਲੈ ਕੇ 22 ਆਇਤ। ਪੰਨਾ ਹੈਗਾ 618 ਮਾਫ ਕਰਨਾ, ਕਿੰਨੇ ਤੋਂ ਪੜਨਾ ਪਾਸੂ? 16 ਤੋਂ 22 ਤੱਕ ਜੀ। ਬਿਨਯਾਮੀਨ ਤੇ ਯਹੂਦਾ ਕਬੀਲਿਆਂ ਦੇ ਲੋਕ ਜੋ ਦਾਊਦ ਦੇ ਪਿੱਛੇ ਚੱਲੇ। ਇੱਕ ਵਾਰ ਬਿਨਯਾਮੀਨ ਅਤੇ ਯਹੂਦਾ ਕਬੀਲਿਆਂ ਦੇ ਕੁਝ ਆਦਮੀਆਂ ਦਾ ਦਲ ਦਾਊਦ ਕੋਲ ਗਿਆ ਜਦੋਂ ਉਹ ਇੱਕ ਕਿਲੇ ਵਿੱਚ ਠਹਿਰਿਆ ਹੋਇਆ ਸੀ ਤਾਂ ਦਾਊਦ ਉਹਨਾਂ ਨੂੰ ਮਿਲਣ ਗਿਆ ਤੇ ਬੋਲਿਆ, ਜੇਕਰ ਤੁਸੀਂ ਮਿੱਤਰਤਾ ਨਾਲ ਮੇਰੇ ਕੋਲ ਆਏ ਹੋ ਤਾਂ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ, ਪਰ ਜੇਕਰ ਤੁਹਾਡੇ ਮਨ ਵਿੱਚ ਧੋਖਾ ਹੈ ਅਤੇ ਤੁਸੀਂ ਮੇਰੇ ਵੈਰੀਆਂ ਸਾਹਮਣੇ ਮੇਰੇ ਨਾਲ ਵਿਸ਼ਵਾਸਘਾਤ ਕਰੋਗੇ, ਬੇਸ਼ੱਕ ਮੈਂ ਤੁਹਾਨੂੰ ਕੁਝ ਵੀ ਨਾ ਕਿਹਾ, ਪਰ ਸਾਡੇ ਪੁਰਖਿਆਂ ਦਾ ਪਰਮੇਸ਼ਰ ਤੁਹਾਨੂੰ ਜਾਣੇਗਾ ਅਤੇ ਸਜ਼ਾ ਦੇਵੇਗਾ। ਉਸ ਸਮੇਂ ਅਮਾਸਈ ਉੱਤੇ ਜੋ ਪਿੱਛੋਂ 30 ਸੂਰਮਿਆਂ ਦਾ ਆਗੂ ਬਣਿਆ, ਪਰਮੇਸ਼ਰ ਦਾ ਆਤਮਾ ਉੱਤਰ ਆਇਆ ਅਤੇ ਬੋਲਿਆ, ਦਾਊਦ ਯੱਸੀ ਦੇ ਪੁੱਤਰ, ਅਸੀਂ ਤੇਰੇ ਹਾਂ, ਤੂੰ ਸਲਾਮਤ ਰਹੇ ਅਤੇ ਤੇਰੇ ਮਦਦਗਾਰ ਵੀ, ਪਰਮੇਸ਼ਰ ਤੇਰੇ ਸੰਗ ਹੈ। ਸੋ ਦਾਊਦ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਆਪਣੇ ਸੈਨਾ ਵਿੱਚ ਉੱਚਾ ਪਦ ਦਿੱਤਾ। ਇੱਥੇ ਤੱਕ ਜਾ ਕੇ ਦੇਖੋ ਕਿ ਅਸੀਂ ਪਹਿਲਾਂ ਅਸੀਂ ਦੇਖੀਏ ਤੇ ਗਾਦ ਦੇ ਕਬੀਲੇ ਦੇ ਲੋਕ ਆਏ ਆ, ਬਿਨਯਾਮੀਨ ਦੇ ਕਬੀਲੇ ਦੇ ਲੋਕ ਨਾਲ ਆ ਰਲੇ ਆ। ਹੁਣ ਦਾਊਦ ਉਹ ਫਲਸਤੀ ਜਿੱਥੇ ਉਹਨੂੰ ਲੈ ਕੇ ਗਏ ਸੀਗੇ, ਉਹਨਾਂ ਨੇ ਵਾਪਸ ਮੋੜਤਾ, ਹੁਣ ਘਰ ਨੂੰ ਵਾਪਸ ਜਾ ਰਿਹਾ। ਉਧਰੋਂ ਸਾਊਲ ਦੀ ਜਿਹੜੀ ਫੌਜ ਆ ਉਹਦੇ ਤੋਂ ਲੋਕ ਜਿਹੜੇ ਦੌੜਨੇ, ਜਿਹੜੇ ਹੁਣ ਉਹਨਾਂ ਨੂੰ ਪਤਾ ਹੈਗਾ ਕਿ ਪ੍ਰਭੂ ਸਾਊਲ ਦੇ ਨਾਲ ਨਹੀਂ, ਤੇ ਇਸ ਕਰਕੇ ਉਹਨਾਂ ਨੇ ਹੁਣ ਉੱਥੋਂ ਦੌੜਨਾ, ਉਹਨਾਂ ਨੇ ਆ ਕੇ ਦਾਊਦ ਦੇ ਨਾਲ ਰਲ ਜਾਣਾ। ਔਰ ਉਹ ਜਿਹੜੇ ਲੋਕ ਆ ਉਹ ਇੱਥੇ ਅਸੀਂ ਉਹਨਾਂ ਨੂੰ ਦੇਖਦੇ ਹਾਂ 19 ਤੋਂ ਲੈ ਕੇ 22 ਤੱਕ। ਮਨਸ਼ੇ ਕਬੀਲੇ ਦੇ ਜੋ ਆਦਮੀ ਦਾਊਦ ਦੇ ਪਿੱਛੇ ਚੱਲੇ। ਜਦੋਂ
ਦਾਊਦ ਫਿਲਿਸਤੀ ਸੈਨਾ ਨਾਲ ਸਾਊਲ ਦੇ ਵਿਰੁੱਧ ਲੜਨ ਜਾ ਰਿਹਾ ਸੀ ਤਾਂ ਮਨੱਸ਼ੇ ਕਬੀਲੇ ਦੇ ਕੁਝ ਆਦਮੀ ਉਸ ਨਾਲ ਆ ਕੇ ਮਿਲ ਗਏ। ਅਸਲ ਵਿੱਚ ਦਾਊਦ ਨੇ ਫਿਲਿਸਤੀਆਂ ਦੀ ਮਦਦ ਨਹੀਂ ਕੀਤੀ ਸੀ, ਕਿਉਂਕਿ ਫਿਲਿਸਤੀ ਸਰਦਾਰਾਂ ਨੇ ਆਪੋ ਵਿੱਚ ਸਲਾਹ ਕਰਕੇ ਇਸ ਨਤੀਜੇ ਤੇ ਪਹੁੰਚੇ ਸਨ ਕਿ ਦਾਊਦ ਅੰਤਮ ਘੜੀ ਉੱਤੇ ਲੜਾਈ ਵਿੱਚ ਸਾਨੂੰ ਛੱਡ ਕੇ ਆਪਣੇ ਪੁਰਾਣੇ ਮਾਲਿਕ ਸਾਊਲ ਨਾਲ ਮਿਲ ਸਕਦਾ ਹੈ। ਸੋ ਜਦੋਂ ਦਾਊਦ ਵਾਪਸ ਸ਼ਿਕਲਗ ਜਾ ਰਿਹਾ ਸੀ ਤਾਂ ਮਨੱਸ਼ੇ ਕਬੀਲੇ ਦੇ ਇਹ ਲੋਕ ਆ ਕੇ ਉਸ ਨਾਲ ਮਿਲ ਗਏ। ਅਦਨਾ, ਜੋਜ਼ਾਬਾਦ, ਜਦੀਏਲ, ਮਿਕਾਇਲ, ਜੋਜ਼ਾਬਾਦ, ਅਲੀਹੂ ਅਤੇ ਸਿਲਥਈ, ਇਹ ਸਭ ਆਦਮੀ ਮਨੱਸ਼ਾ ਕਬੀਲੇ ਦੇ ਵਿੱਚ ਹਜ਼ਾਰ ਆਦਮੀਆਂ ਦੇ ਆਗੂ ਸਨ। ਉਹਨਾਂ ਨੇ ਦਾਊਦ ਦੀ ਮਦਦ ਛਾਪਾਮਾਰਾਂ ਦੇ ਵਿਰੁੱਧ ਕੀਤੀ ਸੀ, ਕਿਉਂਕਿ ਇਹ ਸਭ ਚੰਗੇ ਲੜਾਕੂ ਸਨ ਅਤੇ ਸੈਨਾ ਵਿੱਚ ਅਫਸਰ ਸਨ। ਹਰ ਦਿਨ ਦਾਊਦ ਦੀ ਸੈਨਾ ਵਿੱਚ ਲੋਕ ਆ ਕੇ ਮਿਲਦੇ ਰਹੇ ਅਤੇ ਅੰਤ ਉਸ ਦੀ ਗਿਣਤੀ ਅਣਗਿਣਤ ਹੋ ਗਈ। ਉਹ ਪਰਮੇਸ਼ਰ ਦੀ ਸੈਨਾ ਵਾਂਗ ਇੱਕ ਵੱਡੀ ਸੈਨਾ ਸੀ। ਆਮੀਨ। ਸੋ ਦੇਖੋ, ਜਿਸਲੇ ਹੁਣ ਉਹਨੇ ਲੜਨ ਜਾਣਾ ਆ ਤੇ ਜਿਹੜੇ ਹਜ਼ਾਰਾਂ ਦੇ ਉੱਤੇ ਜਨਰਲ ਕਰਨਲ ਲੱਗੇ ਹੋ ਆ, ਸੂਬੇਦਾਰ ਵਗੈਰਾ ਜਦੋਂ ਵੀ ਆਪਣੇ ਹਿੰਦੁਸਤਾਨ ਚ ਕਹਿੰਦੇ ਆ, ਮੇਜਰ ਜਿਹੜੇ ਲੱਗੇ ਹੋ ਆ, ਉਹ ਤਾਂ ਸਾਰੇ ਦੌੜ ਕੇ ਦਾਊਦ ਨਾਲ ਜਾ ਰਹੇ। ਤੇ ਸੈਨਾ ਦੇ ਗਰੁੱਪਾਂ ਨੂੰ ਲੀਡ ਕਿਹਨੇ ਕਰਨਾ? Did you see that? ਕਿਸ ਤਰ੍ਹਾਂ ਪ੍ਰਭੂ ਨੇ ਉਸਦਾ ਜਿਲੇ ਸਾਥ ਛੱਡਿਆ ਤੇ ਪ੍ਰਭੂ ਨੇ ਕਿੱਦਾਂ ਉਸਦਾ ਸਾਥ ਛੱਡਿਆ। ਔਰ ਇਸ ਕਰਕੇ ਕਿਉਂਕਿ ਪ੍ਰਭੂ ਨੇ ਉਸਨੂੰ ਇੱਕ ਚੀਜ਼ ਕਹੀ ਸੀ, ਗਲਤੀਆਂ ਤੋਂ ਪਹਿਲਾਂ ਵੀ ਕਰਦਾ ਆ ਰਿਹਾ ਸੀ, ਲੇਕਿਨ ਇੱਕ ਐਸੀ ਉਸਨੇ ਗਲਤੀ ਕੀਤੀ ਜਿਸ ਦੇ ਨਾਲ ਐਸਤਰ ਦੀ ਬੁੱਕ ਤੱਕ ਉਹ ਉਹਨਾਂ ਨੂੰ ਝੱਲਣੀਆਂ ਪਈਆਂ, ਕਿਉਂਕਿ ਇਹ ਜਿਹੜਾ ਉਸਨੇ ਕੰਮ ਕੀਤਾ ਸੀ, ਪ੍ਰਭੂ ਨੇ ਉਹਦੀ ਸਜ਼ਾ ਉਸਨੂੰ ਹੁਣ ਦਿੱਤੀ ਹੈ। ਹੁਣ ਉਹ ਵਾਪਸ ਆ ਰਹੇ ਆ, ਲੇਕਿਨ ਪਿੱਛੇ ਇੱਕ ਵੱਡੀ ਭਾਰੀ ਮੁਸੀਬਤ ਆ ਕੇ ਉਹਨਾਂ ਦੇ ਖੜੀ ਹੋ ਗਈ ਆ। ਅਸੀਂ ਥੋੜੀਆਂ ਜਿਹੀਆਂ ਆਇਤਾਂ 30ਵੇਂ ਭਾਵ ਦੇ ਵਿੱਚ ਆ ਜਾਓ। ਅਸੀਂ ਉਸ ਦੀਆਂ ਪਹਿਲੀਆਂ ਕੋਈ ਜਾਣਾ 13 ਆਇਤਾਂ ਪੜ੍ਹਦੇ। ਮੈਂ ਪੜ੍ਹ ਦੇਣੀ ਬਿਲਕੁਲ। ਹਾਂਜੀ। ਜਦੋਂ ਦਾਊਦ ਆਪਣੇ ਆਦਮੀਆਂ ਨਾਲ ਤੀਜੇ ਦਿਨ ਸਿਕਲਾਗ ਵਿੱਚ ਪਹੁੰਚਿਆ ਤਾਂ ਅਮਾਲੇਕੀ ਲੋਕਾਂ ਨੇ ਦੱਖਣ ਵੱਲੋਂ ਸਿਕਲਾਗ ਉੱਤੇ ਚੜ੍ਹਾਈ ਕਰਕੇ ਸਿਕਲਾਗ ਨੂੰ ਅੱਗ ਨਾਲ ਨਾਸ਼ ਕਰ ਦਿੱਤਾ ਸੀ। ਅਮਾਲੋਕੀ ਸਿਕਲਾਗ ਵਿਚਲੇ ਸਭ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ ਸਨ। ਉਹਨਾਂ ਨੇ ਕਿਸੇ ਨੂੰ ਕਤਲ ਨਹੀਂ ਕੀਤਾ ਸੀ। ਇਸ ਲਈ ਜਦੋਂ ਦਾਊਦ ਅਤੇ ਉਸ ਦੇ ਆਦਮੀ ਸਿਕਲਾਗ ਵਿੱਚ ਪਹੁੰਚੇ ਤਾਂ ਉਹਨਾਂ ਨੇ ਨਗਰ ਨੂੰ ਅੱਗ ਨਾਲ ਭਸਮ ਹੋਏ ਦੇਖਿਆ ਅਤੇ ਆਪਣੀਆਂ ਸਭ ਔਰਤਾਂ, ਧੀਆਂ ਅਤੇ ਪੁੱਤਰਾਂ ਨੂੰ ਬੰਦੀ ਪਾਇਆ ਗਿਆ। ਤਦ ਦਾਊਦ ਅਤੇ ਉਸ ਦੇ ਆਦਮੀਆਂ ਨੇ ਢਾਹਾਂ ਮਾਰ ਕੇ ਰੋਣਾ ਸ਼ੁਰੂ ਕੀਤਾ ਅਤੇ ਉਸ ਸਮੇਂ ਤੱਕ ਰੋਂਦੇ ਰਹੇ ਜਦੋਂ ਤੱਕ ਉਹ ਥੱਕ ਨਾ ਗਏ। ਦਾਊਦ ਦੀਆਂ ਦੋਵੇਂ ਪਤਨੀਆਂ ਜਿਜ਼ਰਾਇਲੀ, ਅਹੀਨੋਆਮ ਅਤੇ ਕਰਮਲੀ ਅਬੀਗੇਲ ਵੀ ਬੰਦੀ ਬਣ ਗਈਆਂ ਸਨ। ਇਸ ਭਿਅੰਕਰ ਘਟਨਾ ਕਾਰਨ ਦਾਊਦ ਉੱਤੇ ਬਹੁਤ ਵੱਡੀ ਵਿਪਤਾ ਆ ਗਈ ਸੀ। ਉਸ ਦੇ ਸਭ ਆਦਮੀ ਆਪਣੀਆਂ ਔਰਤਾਂ, ਧੀਆਂ ਅਤੇ ਪੁੱਤਰਾਂ ਦੇ ਖੋਏ ਜਾਣ ਕਾਰਨ ਦਾਊਦ ਨੂੰ ਪਥਰਾਓ ਕਰਨਾ ਚਾਹੁੰਦੇ ਸਨ। ਪਰ ਪ੍ਰਭੂ ਉਸ ਦੇ ਪਰਮੇਸ਼ਵਰ ਨੇ ਦਾਊਦ ਨੂੰ ਹਿੰਮਤ ਦਿੱਤੀ। ਉਸਨੇ ਅਹੀਮਲਕ ਦੇ ਪੁੱਤਰ ਪੁਰੋਹਿਤ ਅਬਯਾਤਾਰ ਨੂੰ ਕਿਹਾ, ਤੂੰ ਇਫੋਦ ਲੈ ਕੇ ਮੇਰੇ ਕੋਲ ਆ। ਅਬਿਆਤਾਰ ਦਾਊਦ ਦੇ ਕਹੇ ਅਨੁਸਾਰ ਇਫੋਦ ਨੂੰ ਦਾਊਦ ਕੋਲ ਲੈ ਆਇਆ। ਸੋ ਦਾਊਦ ਨੇ ਪ੍ਰਭੂ ਤੋਂ ਪੁੱਛਿਆ, ਕੀ ਮੈਂ ਇਹਨਾਂ ਲੁਟੇਰਿਆਂ ਦੇ ਪਿੱਛੇ ਜਾਵਾਂ? ਕੀ ਮੈਂ ਉਹਨਾਂ ਨੂੰ ਫੜ ਸਕਾਂਗਾ? ਪ੍ਰਭੂ ਨੇ ਉੱਤਰ ਦਿੱਤਾ, ਹਾਂ, ਤੂੰ ਉਹਨਾਂ ਦੇ ਪਿੱਛੇ ਜਾ, ਤੂੰ ਉਹਨਾਂ ਨੂੰ ਫੜ ਲਵੇਂਗਾ ਅਤੇ ਬੰਦੀਆਂ ਨੂੰ ਛੁਡਾ ਲਵੇਂਗਾ। ਸੋ ਦਾਊਦ ਅਤੇ ਉਸ ਦੇ 600 ਆਦਮੀ ਚੱਲ ਪਏ ਅਤੇ ਉਹ ਸਭ ਬਸ਼ੋਰ ਦੇ ਚਸ਼ਮੇ ਤੱਕ ਪਹੁੰਚ ਗਏ। ਉਹਨਾਂ ਵਿੱਚੋਂ ਕੁਝ ਉੱਥੇ ਹੀ ਠਹਿਰ ਗਏ, ਪਰ ਦਾਊਦ 400 ਆਦਮੀਆਂ ਨਾਲ ਅੱਗੇ ਵਧਦਾ ਗਿਆ ਅਤੇ ਬਾਕੀ ਦੇ 200 ਆਦਮੀ ਜੋ ਬਹੁਤ ਥੱਕ ਗਏ ਸਨ, ਬਸ਼ੋਰ ਦੇ ਚਸ਼ਮੇ ਕੋਲ ਹੀ ਠਹਿਰੇ ਰਹੇ। ਦਾਊਦ ਦੇ ਆਦਮੀਆਂ ਨੂੰ ਇੱਕ ਮਿਸਰੀ ਜਵਾਨ ਮਿਲ ਗਿਆ, ਜਿਸ ਨੂੰ ਉਹ ਦਾਊਦ ਕੋਲ ਲੈ ਆਏ। ਉਹਨਾਂ ਨੇ ਉਸ ਮਿਸਰੀ ਨੂੰ ਕੁਝ ਭੋਜਨ ਖਾਣ ਲਈ ਅਤੇ ਪੀਣ ਲਈ ਪਾਣੀ ਦਿੱਤਾ।
ਉਹ ਭੋਜਨ ਦੇ ਨਾਲ ਹਜੀਰ ਅਤੇ ਸੌਗੀ ਦਾ ਇੱਕ ਇੱਕ ਗੁੱਛਾ ਖਾ ਕੇ ਕੁਝ ਤਾਜ਼ਾ ਹੋਇਆ। ਉਸਨੂੰ ਪਿਛਲੇ 3 ਦਿਨਾਂ ਤੋਂ ਕੁਝ ਖਾਣ ਜਾਂ ਪੀਣ ਲਈ ਨਹੀਂ ਮਿਲਿਆ ਸੀ। ਤਦ ਦਾਊਦ ਨੇ ਉਸ ਮਿਸਰੀ ਤੋਂ ਪੁੱਛਿਆ, ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਅਤੇ ਤੇਰਾ ਮਾਲਕ ਕੌਣ ਹੈ? ਉਸ ਜਵਾਨ ਨੇ ਉੱਤਰ ਦਿੱਤਾ, ਮੈਂ ਇੱਕ ਮਿਸਰੀ ਹਾਂ ਅਤੇ ਇੱਕ ਅਮਾਲੇਕੀ ਦਾ ਗੁਲਾਮ ਹਾਂ। ਉਹ ਮੈਨੂੰ ਪਿਛਲੇ 3 ਦਿਨਾਂ ਤੋਂ ਇੱਥੇ ਛੱਡ ਗਿਆ ਹੈ ਕਿਉਂਕਿ ਮੈਂ ਬਿਮਾਰ ਸਾਂ। ਅਸੀਂ ਯਹੂਦਾ ਦੇ ਦੱਖਣੀ ਭਾਗ ਕਰੇਤ ਤੋਂ ਹੱਲਾ ਬੋਲਿਆ ਸੀ, ਜੋ ਕਾਲੇਬ ਦੇ ਲੋਕਾਂ ਦਾ ਇਲਾਕਾ ਹੈ, ਅਤੇ ਸਿਕਲਾਗ ਨੂੰ ਅੱਗ ਨਾਲ ਭਸਮ ਕਰ ਦਿੱਤਾ ਸੀ। ਦਾਊਦ ਨੇ ਉਸ ਤੋਂ ਪੁੱਛਿਆ, ਕੀ ਤੂੰ ਮੈਨੂੰ ਆਪਣੇ ਦਲ ਤੱਕ ਲੈ ਜਾ ਸਕਦਾ ਹੈ? ਉਸਨੇ ਉੱਤਰ ਦਿੱਤਾ, ਹਾਂ, ਮੈਂ ਲੈ ਜਾ ਸਕਦਾ ਹਾਂ, ਜੇਕਰ ਤੂੰ ਪਰਮੇਸ਼ਵਰ ਦੇ ਨਾਂ ਤੇ ਸਹੁੰ ਚੁੱਕ ਕੇ ਮੈਨੂੰ ਬਚਨ ਦੇਵੇਂ ਕਿ ਨਾ ਤੂੰ ਮੈਨੂੰ ਆਪ ਮਾਰੇਗਾ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹੱਥੀਂ ਸੌਂਪੇਗਾ। ਸੋ ਉਹ ਦਾਊਦ ਨੂੰ ਆਪਣੇ ਦਲ ਤੱਕ ਲੈ ਗਿਆ। ਜਦੋਂ ਦਾਊਦ ਆਪਣੇ ਆਦਮੀਆਂ ਨਾਲ ਉਸ ਦਲ ਕੋਲ ਪਹੁੰਚਿਆ ਤਾਂ ਉਹਨਾਂ ਦੇ ਸਭ ਲੋਕ ਹਰ ਥਾਂ ਖਿਲਰੇ ਹੋਏ ਸਨ ਅਤੇ ਖੂਬ ਖਾ ਪੀ ਕੇ ਮਜ਼ੇ ਕਰ ਰਹੇ ਸਨ, ਕਿਉਂਕਿ ਉਹਨਾਂ ਨੂੰ ਫਲਿਸਤੀ ਅਤੇ ਯਹੂਦਾ ਤੋਂ ਖੂਬ ਲੁੱਟ ਦਾ ਮਾਲ ਮਿਲਿਆ ਸੀ। ਤਾਂ ਦਾਊਦ ਨੇ ਉਸ ਦਿਨ ਤਰਕਾਲਾਂ ਵੇਲੇ ਉਹਨਾਂ ਨੂੰ ਕਤਲ ਕਰਨਾ ਸ਼ੁਰੂ ਕੀਤਾ ਅਤੇ ਉਸ ਨੇ ਅਗਲੇ ਦਿਨ ਦੀਆਂ ਤਰਕਾਲਾਂ ਤੱਕ ਉਹਨਾਂ ਸਭ ਨੂੰ ਕਤਲ ਕਰ ਦਿੱਤਾ। ਪਿੱਛੇ ਕੇਵਲ 400 ਆਦਮੀ ਹੀ ਬਚੇ ਜੋ ਊਂਠਾਂ ਤੇ ਚੜ੍ਹ ਕੇ ਦੌੜ ਗਏ ਸਨ। ਪਰ ਦਾਊਦ ਨੇ ਆਪਣੀ ਹਰ ਚੀਜ਼ ਅਤੇ ਆਪਣੇ ਹਰ ਜੀ ਨੂੰ ਅਰਥਾਤ ਆਪਣੀਆਂ ਦੋਹਾਂ ਪਤਨੀਆਂ ਸਮੇਤ ਅਮਾਲੇਕੀਆਂ ਦੇ ਹੱਥੋਂ ਛੁਡਾ ਲਿਆ। ਉਸਨੇ ਪਿੱਛੇ ਕੁਝ ਵੀ ਨਾ ਛੱਡਿਆ। ਉਸਨੇ ਆਪਣੇ ਸਭ ਆਦਮੀਆਂ ਦੀਆਂ ਪਤਨੀਆਂ, ਧੀਆਂ ਅਤੇ ਪੁੱਤਰ, ਸਭ ਛੋਟੇ ਵੱਡੇ, ਉਹਨਾਂ ਦੇ ਮਾਲ ਸਮੇਤ ਅਮਾਲੇਕੀਆਂ ਕੋਲੋਂ ਵਾਪਸ ਲੈ ਲਏ। ਉਸਨੇ ਆਪਣੀਆਂ ਸਭ ਭੇਡਾਂ, ਬੱਕਰੀਆਂ ਅਤੇ ਮਾਲ ਡੰਗਰ ਵੀ ਵਾਪਸ ਖੋਹ ਲਏ, ਜੋ ਉਸ ਦੇ ਆਦਮੀ ਅੱਗੇ ਲੈ ਕੇ ਇਹ ਕਹਿੰਦੇ ਹੋਏ ਚੱਲੇ, ਇਹ ਸਭ ਦਾਊਦ ਦੀ ਲੁੱਟ ਹੈ। ਜਦੋਂ ਦਾਊਦ ਵਾਪਸ ਪਿਸ਼ੋਰ ਦੇ ਚਸ਼ਮੇ ਕੋਲ ਪਹੁੰਚਿਆ ਤਾਂ ਚਸ਼ਮੇ ਕੋਲ 200 ਠਹਿਰੇ ਆਦਮੀ ਜੋ ਥਕੇਵੇਂ ਕਾਰਨ ਉਸ ਨਾਲ ਅੱਗੇ ਨਹੀਂ ਜਾ ਸਕੇ ਸਨ, ਉਸਨੂੰ ਅਤੇ ਉਸ ਦੇ ਨਾਲ ਗਏ ਆਦਮੀਆਂ ਨੂੰ ਖੁਸ਼ੀ ਨਾਲ ਮਿਲੇ। ਪਰ ਦਾਊਦ ਨਾਲ ਕੁਝ ਅੱਗੇ ਗਏ ਆਦਮੀ ਲਾਲਚੀ ਵੀ ਸਨ। ਉਹਨਾਂ ਨੇ ਕਿਹਾ, ਜੋ ਆਦਮੀ ਸਾਡੇ ਨਾਲ ਅੱਗੇ ਨਹੀਂ ਗਏ ਸਨ, ਉਹਨਾਂ ਨੂੰ ਲੁੱਟ ਵਿੱਚੋਂ ਕੁਝ ਨਹੀਂ ਮਿਲੇਗਾ। ਉਹ ਕੇਵਲ ਆਪਣੀਆਂ ਪਤਨੀਆਂ ਅਤੇ ਬੱਚੇ ਲੈ ਸਕਦੇ ਹਨ। ਪਰ ਦਾਊਦ ਨੇ ਉੱਤਰ ਦਿੱਤਾ, ਇੱਥੇ ਤੱਕ ਠੀਕ ਹੈ। ਸੋ ਕਿਉਂਕਿ ਸਾਡਾ ਟਾਈਮ ਹੋ ਗਿਆ, ਆਪਾਂ ਅੱਜ ਗੁੱਡ ਅਮਾਉਂਟ ਕਵਰ ਕਰ ਲਿਆ, ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਇੱਕ ਚੀਜ਼ ਦੇਖਦੇ ਪਏ, ਬੜੀ ਪਿਆਰੀ ਚੀਜ਼ ਹੈ। ਹੁਣ ਦਾਊਦ ਜਿਹੜਾ ਸੀ, ਪ੍ਰਭੂ ਕਿਉਂ ਵਾਪਸ ਲੈ ਕੇ ਗਿਆ, ਪ੍ਰਭੂ ਨੇ ਉੱਥੋਂ ਕਿਉਂ ਵਾਪਸ ਮੋੜਿਆ? ਇੱਥੇ ਪ੍ਰਭੂ, ਜਿਸ ਲਈ ਵੀ ਪ੍ਰਭੂ ਕੋਈ ਕੰਮ ਕਰਦਾ ਨਾ, ਤੇ ਉਹਦੇ ਪਿੱਛੇ ਬਹੁਤ ਕਾਰਨ ਹੁੰਦੇ ਆ। ਉਹਦੇ ਨਾਲ ਇੱਕ ਚੀਜ਼ ਦੇ ਨਾਲ ਬਹੁਤ ਚੀਜ਼ਾਂ ਕਰ ਲੈਂਦਾ। ਉਹ ਬਹੁਤ ਚੰਗਾ ਸ਼ਿਕਾਰੀ ਆ, ਜਿਹੜਾ ਅਸੀਂ ਤਾਂ ਕਹਿੰਦੇ ਨਾ ਕਿ ਇੱਕ ਤੀਰ ਨਾਲ 2 ਸ਼ਿਕਾਰ ਖੇਲੇ, ਉਹ ਇੱਕ ਤੀਰ ਨਾਲ ਕਈ ਸ਼ਿਕਾਰ ਖੇਲਦਾ। ਪਰ ਸਾਡੇ ਸ਼ਿਕਾਰ ਜਿਹੜੇ ਹੁੰਦੇ ਉਹ ਬਾਅਦ ਚ ਮਰਿਓ ਹੁੰਦੇ, ਲੇਕਿਨ ਜਿਹੜਾ ਸ਼ਿਕਾਰ ਉਹ ਖੇਲਦਾ ਉਹ ਜ਼ਿੰਦਗੀ ਦਿੰਦਾ, ਉਹਦੇ ਤੀਰ ਜ਼ਿੰਦਗੀ ਦਿੰਦੇ ਆ। ਸੋ ਇੱਥੇ ਜੋ ਹੋਇਆ ਕਿ ਉਹਨਾਂ ਲੋਕਾਂ ਨੂੰ ਅਮਾਲੇਕੀ ਲੋਕਾਂ ਨੇ ਆਲਰੇਡੀ ਪ੍ਰਭੂ ਦੀਆਂ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜੇ ਸਾਊਲ ਨੇ ਇਹ ਕੰਮ ਨਾ ਕੀਤਾ ਹੁੰਦਾ, ਠੀਕ, ਤਾਂ ਆਹ ਕਦੀ ਨਾ ਹੁੰਦਾ। ਸੋ ਹੁਣ ਕੀ ਹੋ ਰਿਹਾ? ਸਭ ਤੋਂ ਪਹਿਲਾਂ ਤਾਂ ਨੌਬਤ ਹੀ ਨਾ ਆਉਂਦੀ, ਦਾਊਦ ਨੂੰ ਤਾਂ ਆਉਣਾ ਹੀ ਨਾ ਪੈਂਦਾ, ਉਹ ਰਾਜਾ ਹੁੰਦਾ, ਯੋਨਾਥਨ ਉਸ ਤੋਂ ਬਾਅਦ ਰਾਜਾ ਬਣਦਾ, ਆਹ ਨੌਬਤ ਹੀ ਨਹੀਂ ਸੀ ਆਉਣੀ। ਲੇਕਿਨ ਹੁਣ ਜੋ ਕੁਝ ਵੀ ਉਹਨੇ ਕੀਤਾ, ਜੋ ਉਹਨੇ ਬੇਵਕੂਫੀਆਂ ਕੀਤੀਆਂ, ਉਹਨਾਂ ਬੇਵਕੂਫੀਆਂ ਨੂੰ ਹੁਣ ਬਾਕੀ ਦੇ ਇਜ਼ਰਾਈਲ ਨੂੰ ਚੱਲਣਾ ਪੈ ਰਿਹਾ, ਦਾਊਦ ਤੋਂ ਸ਼ੁਰੂ ਕਰਕੇ। ਸੋ ਉਹ ਆਪਣੇ ਫੌਜੀ ਲੈ ਕੇ ਗਿਆ ਆ, ਉਹਨਾਂ ਨੇ ਵਾਪਸ ਮੋੜਤਾ, ਪ੍ਰਭੂ ਦਾ ਸ਼ੁਕਰ, ਤੇ ਉਹ ਵਾਪਸ ਜਾ ਰਿਹਾ, ਹੋਰ ਬੰਦੇ ਨਾਲ ਆ ਰਲੇ। ਪ੍ਰਭੂ ਨੇ ਜਿੰਨੀ ਉਹਨੂੰ ਫੌਜ ਹੋਰ ਚਾਹੀਦੀ ਸੀ ਉਹ ਵੀ ਦੇ ਦਿੱਤੀ, ਜਿਸ ਲਈ ਉਹ ਗਏ ਤਾਂ ਜਾਂਦਿਆਂ ਨੂੰ ਉੱਥੇ ਅੱਗ ਲਾਈ, ਸਾਰਾ ਨਗਰ ਸਾਰ ਕੇ ਸੁਆਹ ਕੀਤਾ, ਬੱਚੇ ਲੈ ਗਏ, ਧੀਆਂ ਲੈ ਗਏ, ਪਤਨੀਆਂ ਲੈ ਗਏ। ਔਰ ਉੱਥੇ ਜਿਸ ਲਈ ਪਹਿਲਾਂ ਜੋ ਵੀ ਇਨਸਾਨ ਦੇ ਇਮੋਸ਼ਨ ਹੁੰਦੇ ਆ, ਸੋ ਪਹਿਲਾਂ ਤਾਂ ਉਹ ਰੋਏ ਪਿੱਟੇ, ਔਰ ਫਿਰ ਉਹ ਜਿਹੜੇ ਬੰਦੇ, ਫਿਰ ਗੁੱਸਾ ਆਇਆ, ਫਿਰ ਗੁੱਸਾ ਚੜਿਆ, ਗੁੱਸਾ ਹੁਣ ਦਾਊਦ ਤੇ ਕੱਢਣਾ ਮੰਗਦੇ ਪਏ। ਤੇ ਅਸੀਂ ਤਾਂ ਸੋਚਿਆ ਸੀ ਪਰਮੇਸ਼ਰ ਤੇਰੇ ਨਾਲ, ਅਸੀਂ ਤਾਂ ਤੇਰੇ ਕੋਲ ਆਏ।
ਸਾਡੇ ਤਾਂ ਬੱਚੇ ਧੀਆਂ ਨੂੰ ਕੋਈ ਫੜ ਕੇ ਲੈ ਗਿਆ, ਪਰ ਦਾਊਦ ਨੇ ਸਭ ਨੂੰ ਹੌਸਲਾ ਦਿੱਤਾ। ਉਸਨੇ ਕਿਹਾ, ਉਹ ਪੁਰੋਹਿਤ ਨੂੰ ਬੁਲਾਇਆ, ਉਸਨੂੰ ਕਿਹਾ ਕਿ ਆਪਣਾ एफोद ਲੈ ਕੇ ਆ। प्रभु के मूहरे उसने सवाल रखे और प्रभु ने कहा कि तू जा, मैं तेन जितूंगा। जांदियां उन्हां नूं इह मिस्री मिल गया और ये जिहड़ा मिस्री सीगा उन्हां नूं उत्थे तक लै गया जिथे वो खा पी के ते मौजां करदे पए। सो इन्ने नहीं छड्डे कोई भी। दाऊद ने जिहड़े दौड़ के बच गए, पर जेड़े गेड़े विच चढ़ गए उन्हां च कोई नहीं छड्डिया। और अपने बच्चे, अपनी पत्नियां, सारियां दियां बच्चे, सारियां दियां पत्नियां माल मत्ता लैके ते हुण घर नूं वापस आ रहे। प्रभु ने किड्डा वड्डा हत्थ दाऊद दे नाल अपना रखिया है, अपना हत्थ दाऊद दे नाल रखिया है। क्यों रखिया है? सिर्फ एक चीज दे करके, एक चीज दे। गलायत दे सामने कोई डरदा नहीं सी जांदा पिया, साउल भी नहीं जांदा पिया सी डरदा ओहदे मूहरे। लेकिन एक टीनएजर बच्चा उत्ते खड़ा होके कह रहा, ये असनती, ये परमेश्वर साडे जिउंदे परमेश्वर दे खिलाफ बोलदा पिया, ये परमेश्वर दी फौज दे खिलाफ बोलदा पिया। वो साउल दी फौज नहीं लेंदा पिया, परमेश्वर दी फौज। ये परमेश्वर दी फौज के खिलाफ बोलता पिया। हुंदा कौन? इनू मारन वाले नू की मिलूगा? और वो अगे गया, उसने मारता। प्रभु ने वो चीज चेते रखी। वो जो उसने क्या कि लड़ाई तीरां ते तलवारां दी नहीं हुंदी, साडी लड़ाई साडा प्रभु लड़दा, जो हमेशा जेतू, जो हमेशा जेतू। असीं हुण पढ़ांगे 14 और फिर असीं अज दा दिन समाप्त करांगे, जिसनूं मिल जाए। साम 14। ਜੀ ਮੈਂ ਪੜ੍ਹਦਾ। ਮਨੁੱਖ ਦੀ ਮੂਰਖਤਾ। ਮੂਰਖ ਮਨੁੱਖ ਆਪਣੇ ਮਨ ਵਿੱਚ ਕਹਿੰਦੇ ਹਨ, ਪਰਮੇਸ਼ਰ ਨਹੀਂ ਹੈ। ਉਹ ਭ੍ਰਸ਼ਟ ਹੋ ਚੁੱਕੇ ਹਨ, ਉਹਨਾਂ ਨੇ ਘਿਨਾਉਣੇ ਕੰਮ ਕੀਤੇ ਹਨ, ਭਲਾਈ ਕਰਨ ਵਾਲਾ ਕੋਈ ਵੀ ਬਚਿਆ ਨਹੀਂ। ਪ੍ਰਭੂ ਸਵਰਗ ਤੋਂ ਹੇਠ ਮਨੁੱਖੀ ਸੰਤਾਨ ਨੂੰ ਦੇਖਦਾ ਹੈ ਕਿ ਦੇਖੇ ਕੋਈ ਜਾਣ ਵੀ ਸਮਝ ਤੋਂ ਕੰਮ ਲੈਂਦਾ ਹੈ ਜਾਂ ਨਹੀਂ, ਕਿ ਉਹ ਪਰਮੇਸ਼ਰ ਦੀ ਖੋਜ ਕਰਦਾ ਹੈ। ਪਰ ਸਭ ਮਨੁੱਖੀ ਸੰਤਾਨ ਕੁਰਾਹੇ ਪੈ ਚੁੱਕੀ ਹੈ, ਉਹ ਸਭ ਦੇ ਸਭ ਭ੍ਰਸ਼ਟ ਹੋ ਚੁੱਕੇ ਹਨ, ਕੋਈ ਵੀ ਭਲਾ ਨਹੀਂ, ਨਹੀਂ ਹਾਂ ਇੱਕ ਵੀ ਨਹੀਂ। ਕੀ ਬੁਰੇ ਕੰਮ ਕਰਨ ਵਾਲੇ ਸਭ ਬੇਸਮਝ ਹਨ? ਹਾਂ, ਇਹ ਸਭ ਜੋ ਮੇਰੇ ਲੋਕਾਂ ਨੂੰ ਰੋਟੀ ਦੀ ਤਰ੍ਹਾਂ ਖਾ ਰਹੇ ਹਨ, ਇਹ ਮੇਰਾ ਨਾਂ ਤੱਕ ਨਹੀਂ ਲੈਂਦੇ ਹਨ। ਪਰ ਇਹ ਸਭ ਭੈਭੀਤ ਹੋ ਉੱਠਣਗੇ, ਕਿਉਂਕਿ ਪਰਮੇਸ਼ਰ ਭਰਿਆਂ ਦੇ ਨਾਲ ਹੀ ਰਹਿੰਦਾ ਹੈ। ਦੁਸ਼ਟ ਗਰੀਬ ਦੇ ਕੰਮ ਨੂੰ ਵਿਗਾੜਦੇ ਹਨ, ਪਰ ਉਸ ਦਾ ਬਚਾਓ ਪ੍ਰਭੂ ਹੈ। ਹਾਂ, ਇਸਰਾਏਲ ਦੇ ਲਈ ਸਿਯੋਨ ਵਿੱਚੋਂ ਛੁਟਕਾਰਾ ਦੇਣ ਵਾਲਾ ਆਵੇਗਾ। ਪ੍ਰਭੂ ਆਪਣੇ ਲੋਕਾਂ ਦੀ ਦਾਸਤਾਂ ਨੂੰ ਖਤਮ ਕਰੇਗਾ, ਤਦ ਯਾਕੂਬ ਆਨੰਦਿਤ ਹੋਵੇਗਾ ਅਤੇ ਇਸਰਾਏਲ ਖੁਸ਼ੀ ਮਨਾਵੇਗਾ। खुशी मनावेगा। सो देखो किस तरह उसनू आने वाला दिखाई दे रहा। प्रभु उसनू मसीह दे दर्शन दे रहा और दस रहा कि मैं जित किदां दूंगा। ये मैं तुहानू कल नूं दसांगा कि जाओ जरूर कित्थे कित्थे लगदे आ, लेकिन आओ असीं दुआ करिए और असीं अपना मैं दस ही दिना तुहानू, यू नो इट्स अ गुड आइडिया। सो जबूर जिहड़ा 6 आ, ਇਹ 29ਵੇਂ 28ਵੇਂ ਭਾਗ ਤੋਂ ਪਹਿਲਾਂ 6ਵਾਂ ਜਬੂਰ, ਸੌਰੀ ਜਬੂਰ 13, ਜਬੂਰ ਜਿਹੜਾ 13 ਉਹ 28ਵੇਂ ਭਾਗ ਤੋਂ ਪਹਿਲਾਂ ਜਿਹੜੀ ਥੋੜੀ ਜਿਹੀ ਜਗ੍ਹਾ जबूर 14 जिहड़ा जिस वेले
ਸਲਾਹ ਲਈ ਆ। ਉਸ ਤੋਂ ਬਾਅਦ ਜਿਸੇ 28ਵਾਂ ਚੈਪਟਰ ਖਤਮ ਹੋ ਜਾਂਦਾ 29 ਤੇ 28 ਦੇ ਉੱਤੇ, ਔਰ ਉਸ ਤੋਂ ਬਾਅਦ ਇੱਕ ਜ਼ਬੂਰ ਹੋਰ ਆ ਇੱਥੇ, ਜ਼ਬੂਰ 4 ਜਿਹੜਾ ਆ ਉਹ 30ਵੇਂ ਭਾਵ ਦੇ ਵਿੱਚ 8ਵੀਂ ਆਇਤ ਤੋਂ ਬਾਅਦ ਇੱਥੇ ਜ਼ਬੂਰ 4 ਆਉਂਦਾ। So let us pray। ਬਾਕੀ ਅਸੀਂ ਹੁਣ ਕੱਲ ਨੂੰ ਸਾਊਲ ਦੀ ਮੌਤ ਕਵਰ ਕਰਾਂਗੇ ਔਰ ਦਾਊਦ ਦਾ ਰਾਜਾ ਬਣਦਾ ਦੇਖਾਂਗੇ, ਔਰ ਫਿਰ ਦਾਊਦ ਦਾ ਰਾਜ ਪਾਠ ਜੋ ਪ੍ਰਭੂ ਨੇ ਉਸ ਨੂੰ ਦਿੱਤਾ, ਗਦੀ ਤੋਂ ਚੁੱਕ ਕੇ ਗੱਦੀ ਤੇ ਬਿਠਾਤਾ। ਔਰ ਫਿਰ ਅਸੀਂ ਕੱਲ ਨੂੰ ਆਹੋ ਦੇਖਾਂਗੇ। let us pray। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਮੇਰੇ ਪਿਆਰੇ ਬਾਪ, ਸਾਨੂੰ ਵੀ ਤੂੰ ਇਸੇ ਤਰ੍ਹਾਂ ਪ੍ਰਭੂ ਜੀ ਲੱਭਿਆ, ਇਸ ਤਰ੍ਹਾਂ ਤੂੰ ਦੁਨੀਆ ਦਾ ਜਿਹੜਾ ਰਾਜ, ਦੁਨੀਆ ਦੇ ਵਿੱਚ ਧਰਤੀ ਦਾ ਜਿਹੜਾ ਰਾਜ ਸੀ, ਤੂੰ ਦਾਊਦ ਨੂੰ ਦਿੱਤਾ। ਪਰ ਖੁਦਾਵੰਦ ਤੂੰ ਸਾਨੂੰ ਵੀ ਆਪਣੇ ਰਾਜਕੁਮਾਰ ਰਾਜਕੁਮਾਰੀਆਂ ਹੋਣ ਦੇ ਲਈ ਚੁਣਿਆ। ਤੂੰ ਸਾਨੂੰ ਵੱਖਰੇ ਕੀਤਾ, ਤੂੰ ਸਾਨੂੰ ਆਪਣੇ ਬਣਾਇਆ। ਅਸੀਂ ਇਸ ਦੇ ਲਈ ਤੇਰਾ ਬਹੁਤ ਸ਼ੁਕਰ ਕਰਦੇ ਪ੍ਰਭੂ ਜੀ। ਮੈਂ ਇਸ ਵੇਲੇ ਆਪਣੇ ਆਪ ਦੇ ਲਈ, ਆਪਣੇ ਭੈਣਾਂ ਭਰਾਵਾਂ ਦੇ ਲਈ ਦੁਆ ਕਰਦਾ ਪ੍ਰਭੂ ਜੀ। ਤੰਦਰੁਸਤੀ ਦਾ ਦਾਨ ਤੇਰੇ ਕੋਲੋਂ ਮੰਗਦੇ ਹਾਂ, ਤੇਰੇ ਕੋਲੋਂ ਪ੍ਰਭੂ ਜੀ ਅਸੀਂ ਤੇਰੀ ਹਜ਼ੂਰੀ ਦਾ ਦਾਨ ਮੰਗਦੇ ਹਾਂ, ਔਰ ਪ੍ਰਭੂ ਜੀ ਤੇਰੇ ਪਿਆਰ ਦਾ ਦਾਨ ਮੰਗਦੇ ਹਾਂ। ਤੂੰ ਸਾਡੇ ਨਾਲ ਬਣਿਆ ਰਹਿ ਪਿਆਰੇ ਬਾਪ। ਸਾਡੇ ਅੱਗੇ, ਸਾਡੇ ਪਿੱਛੇ, ਸਾਡੇ ਸੱਜੇ, ਸਾਡੇ ਖੱਬੇ ਪੈਰਾਂ ਦੇ ਵਿੱਚ ਛੋਟਾ ਰਸਤਾ, ਸਵਰਗ ਤੋਂ ਤੇਰੀ ਨਿਗਾਹਬਾਨੀ, ਪਵਿੱਤਰ ਆਤਮਾ ਦੀ ਹਜ਼ੂਰੀ, ਯਸੂ ਦਾ ਸਾਥ ਸਾਡੇ ਸਭ ਦੇ ਨਾਲ ਬਣਿਆ ਰਹੇ। ਜਦ ਤੋਂ ਲੈ ਕੇ ਪ੍ਰਭੂ ਜੀ ਅਸੀਂ ਦੁਆਰਾ ਮਿਲੀਏ, ਤੇਰੀ ਦਇਆ, ਤੇਰੀ ਸ਼ਾਂਤੀ, ਤੇਰਾ ਆਰਾਮ, ਤੇਰਾ ਪਿਆਰ ਪ੍ਰਭੂ ਜੀ ਸਾਡੇ ਸਭ ਦੇ ਨਾਲ ਬਣਿਆ ਰਹੇ। ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਮਸੀਹ ਯਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ, ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਇਹ ਮੂਵੀ ਜਿਹੜੀ ਅਸੀਂ ਦੇਖੀ ਸੀਗੀ, ਇਹ ਡੇਲੀ ਮੋਸ਼ਨ ਦੇ ਉੱਤੇ ਆ। ਇਹ ਤੁਸੀਂ ਲਿਖ ਸਕਦੇ ਆ ਕਿੰਗ ਡੇਵਿਡ ਪਾਰਟ 1 ਡੇਲੀ ਮੋਸ਼ਨ। ਜਿਸ ਲਈ ਇਹ ਤੁਸੀਂ ਲਿਖੋਗੇ ਤਾਂ ਉਹ ਇਹ ਮੂਵੀ ਜਿੱਦਾਂ ਕਿ ਤੁਹਾਡੀ YouTube ਦੇ ਵਿੱਚ ਫਿਰ ਉੱਥੇ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ 4 ਪਾਰਟਸ ਦੀ ਮੂਵੀ ਆ, ਰੀਲੀ ਨਾਈਸ ਵਨ, ਵੈਲ ਡਨ, ਔਰ ਤੁਹਾਨੂੰ ਦੇਖ ਕੇ ਆਨੰਦ ਆਏਗਾ। ਸੋ ਪ੍ਰਭੂ ਸਾਹਿਬ ਸਭ ਨੂੰ ਬਰਕਤ ਦੇ, ਤੁਹਾਡੇ ਨਾਲ ਬਣਿਆ ਰਹੇ, ਔਰ ਆਪਣੀ ਸ਼ਾਂਤੀ ਦੇ ਵਿੱਚ ਤੁਹਾਨੂੰ ਬਣਾ ਕੇ